ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੀਵੀ ਪੰਜਾਬੀ ਕਹਾਣੀਆਂ ਤੇ। ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਨਵੀਂ ਪੰਜਾਬੀ ਕਹਾਣੀ। ਜਦੋਂ ਵੀ ਮੇਰੀ 20 ਸਾਲ ਦੀ ਧੀ ਕਾਲਜ ਤੋਂ ਵਾਪਸ ਆਉਂਦੀ ਤਾਂ ਉਹ ਆਪਣਾ ਢਿੱਡ ਫੜ ਕੇ ਬੈਠ ਜਾਂਦੀ ਅਤੇ ਰੋਣ ਲੱਗ ਜਾਂਦੀ ਤੇ ਕਹਿੰਦੀ, ਮਾਂ ਮੇਰੇ ਪੇਟ ਵਿੱਚ ਬਹੁਤ ਦਰਦ ਹੋ ਰਿਹਾ ਹੈ। ਜਦੋਂ ਮੈਂ ਉਸ ਨੂੰ ਡਾਕਟਰ ਕੋਲ ਜਾਣ ਲਈ ਕਿਹਾ ਤਾਂ ਉਸ ਨੇ ਇਨਕਾਰ ਕਰ ਦਿੱਤਾ। ਮੈਨੂੰ ਉਸ ਤੇ ਸ਼ੱਕ ਹੋਣ ਲੱਗਾ, ਇਸ ਲਈ ਮੈਂ ਆਪਣੇ ਇੱਕ ਦੋਸਤ ਨੂੰ ਘਰ ਬੁਲਾਇਆ ਜੋ ਡਾਕਟਰ ਸੀ। ਮੇਰੀ ਧੀ ਦੀ ਜਾਂਚ ਕਰਨ ਤੋਂ ਬਾਅਦ ਉਹ ਸਿਰ ਫੜ ਕੇ ਬੈਠ ਗਈ ਅਤੇ ਕਿਹਾ, ਇਸ ਦਾ ਵਿਆਹ ਮੇਰੇ 12 ਸਾਲ ਦੇ ਬੇਟੇ ਨਾਲ ਕਰਵਾ ਦਿਓ, ਨਹੀਂ ਤਾਂ ਉਹ ਮਰ ਜਾਵੇਗੀ। ਇਹ ਸੁਣ ਕੇ ਮੈਂ ਬਹੁਤ ਡਰ ਗਈ ਅਤੇ ਮੈਂ ਆਪਣੀ ਜਵਾਨ ਧੀ ਨੂੰ ਗਵਾਉਣਾ ਨਹੀਂ ਚਾਹੁੰਦੀ ਸੀ। ਮੈਂ ਤੁਰੰਤ ਆਪਣੀ ਧੀ ਦਾ ਵਿਆਹ ਉਸਦੇ ਪੁੱਤਰ ਨਾਲ ਕਰਵਾ ਦਿੱਤਾ। ਵਿਆਹ ਤੋਂ ਬਾਅਦ ਮੈਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਉਹ ਠੀਕ ਹੋਣ ਲੱਗੀ। ਮੈਂ ਜਾਣਨਾ ਚਾਹੁੰਦੀ ਸੀ ਕਿ ਇਹ ਸਭ ਕਿਵੇਂ ਹੋਇਆ। ਇਸ ਲਈ ਇੱਕ ਰਾਤ ਮੈਂ ਉਸਦੇ ਕਮਰੇ ਵਿੱਚ ਲੁਕ ਗਈ ਅਤੇ ਜੋ ਦੇਖਿਆ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਉਹ 12 ਸਾਲ ਦਾ ਬੱਚਾ ਤਾਂ। ਮੇਰਾ ਨਾਮ ਮੀਨਾ ਹੈ। ਮਾਪੇ ਕਦੇ ਵੀ ਆਪਣੇ ਬੱਚਿਆਂ ਦਾ ਬੁਰਾ ਨਹੀਂ ਚਾਹੁੰਦੇ। ਉਹ ਹਮੇਸ਼ਾ ਆਪਣੇ ਬੱਚਿਆਂ ਲਈ ਸਭ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਦੇ ਬੱਚੇ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ ਰਹਿਣ। ਪਰ ਕਈ ਵਾਰ ਚੰਗੇ ਮਾਪਿਆਂ ਦੇ ਬੱਚੇ ਵੀ ਖੋਟੇ ਸਿੱਕੇ ਨਿਕਲਦੇ ਹਨ। ਮੇਰੀ ਧੀ ਦੀ ਜ਼ਿੰਦਗੀ ਦੀ ਕਹਾਣੀ ਮੇਰੇ ਅਤੀਤ ਨਾਲ ਜੁੜੀ ਹੋਈ ਹੈ। ਮੈਂ ਸੋਚਦੀ ਸੀ ਕਿ ਹੁਣ ਸਭ ਕੁਝ ਠੀਕ ਹੈ, ਪਰ ਅਜਿਹਾ ਨਹੀਂ ਸੀ। ਕਈ ਵਾਰ ਸਾਡਾ ਅਤੀਤ ਸਾਲਾਂ ਬਾਅਦ ਵੀ ਸਾਡੇ ਸਾਹਮਣੇ ਵਾਪਸ ਆ ਜਾਂਦਾ ਹੈ। 20 ਸਾਲਾਂ ਬਾਅਦ ਮੇਰਾ ਅਤੀਤ ਮੇਰੇ ਸਾਹਮਣੇ ਆ ਗਿਆ, ਪਰ ਮੈਂ ਕੁਝ ਨਹੀਂ ਕਰ ਸਕਦੀ ਸੀ। ਮੈਂ ਜਵਾਨ ਬੱਚਿਆਂ ਦੇ ਹੱਥੋਂ ਵੀ ਧੋਖਾ ਖਾਧਾ ਸੀ। ਉਸਨੇ ਮੇਰਾ ਭਰੋਸਾ ਤੋੜ ਦਿੱਤਾ ਸੀ। ਮੈਨੂੰ ਅੱਜ ਵੀ ਯਾਦ ਹੈ, ਜਦੋਂ ਮੈਂ ਜਵਾਨ ਸੀ ਅਸੀਂ 2 ਭੈਣਾਂ ਸੀ। ਮੇਰੀ ਭੈਣ ਮੇਰੇ ਤੋਂ 2 ਸਾਲਾਂ ਵੱਡੀ ਸੀ। ਜਦੋਂ ਅਸੀਂ ਕਾਲਜ ਜਾਣਾ ਸ਼ੁਰੂ ਕੀਤਾ ਤਾਂ ਮੇਰੀ ਭੈਣ ਦਾ ਵਰਤਾਵ ਮੇਰੇ ਨਾਲ ਬਦਲ ਗਿਆ। ਉਹ ਹਰ ਵੇਲੇ ਆਪਣੇ ਆਪ ਵਿੱਚ ਖੁਸ਼ ਰਹਿੰਦੀ ਸੀ। ਇੱਕ ਦਿਨ ਮੇਰੇ ਕਾਲਜ ਦੇ ਦੋਸਤਾਂ ਨੇ ਮੈਨੂੰ ਦੱਸਿਆ ਕਿ ਤੇਰੀ ਭੈਣ ਕੋਲ ਮੋਬਾਈਲ ਹੈ, ਉਹ ਇੱਕ ਮੁੰਡੇ ਨਾਲ ਗੱਲ ਕਰਦੀ ਹੈ। ਮੈਨੂੰ ਉਸ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਹੋਇਆ। ਸਮਾਂ ਬੀਤਦਾ ਗਿਆ। ਮੇਰੀ ਭੈਣ ਰਾਤ ਨੂੰ ਸਾਰਿਆਂ ਦੇ ਸੌਣ ਤੋਂ ਬਾਅਦ ਛੱਤ ਤੇ ਚਲੀ ਜਾਂਦੀ ਸੀ। ਅੱਜ ਕੱਲ੍ਹ ਉਹ ਬਹੁਤ ਖੁਸ਼ ਸੀ। ਜਦੋਂ ਮੈਂ ਉਸ ਨੂੰ ਇਸ ਸਭ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਅਜਿਹਾ ਕੋਈ ਗੱਲ ਨਹੀਂ ਹੈ, ਕਾਲਜ ਖਤਮ ਹੋਣ ਵਾਲਾ ਹੈ। ਮੈਨੂੰ ਖੁਸ਼ੀ ਹੈ ਕਿ ਇਸ ਸਭ ਤੋਂ ਮੇਰੀ ਜਾਨ ਛੁੱਟੇਗੀ। ਮੈਂ ਉਸ ਨੂੰ ਕਿਹਾ ਕਿ ਤੁਸੀਂ ਤਾਂ ਅੱਗੇ ਪੜ੍ਹਨਾ ਸੀ, ਤੁਹਾਡਾ ਸੁਪਨਾ ਸੀ ਕਿ ਤੁਸੀਂ ਪੜ੍ਹ ਲਿਖ ਕੇ ਕੁਝ ਬਣਨਾ ਚਾਹੁੰਦੇ ਹੋ। ਫਿਰ ਉਸਨੇ ਮੈਨੂੰ ਦੱਸਿਆ ਸੀ ਕਿ ਸਮੇਂ ਦੇ ਨਾਲ ਇਨਸਾਨ ਦੇ ਸੁਪਨੇ ਅਤੇ ਸੋਚ ਬਦਲਦੇ ਰਹਿੰਦੇ ਹਨ। ਇੱਕ ਦਿਨ ਮੇਰੀ ਮਾਂ ਮੇਰਾ ਬਿਸਤਰਾ ਸਾਫ਼ ਕਰ ਰਹੀ ਸੀ ਜਦੋਂ ਉਸ ਨੂੰ ਮੇਰੇ ਬੈੱਡ ਤੋਂ ਇੱਕ ਮੋਬਾਈਲ ਮਿਲਿਆ। ਉਹ ਮੈਨੂੰ ਪੁੱਛਣ ਲੱਗੀ ਕਿ ਇਹ ਕਿਸ ਦਾ ਮੋਬਾਈਲ ਹੈ। ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਇਹ ਮੋਬਾਈਲ ਕਿਸ ਦਾ ਹੈ ਅਤੇ ਕਿੱਥੋਂ ਆਇਆ ਅਤੇ ਕਿਵੇਂ ਆਇਆ। ਤਾਂ ਮੇਰੀ ਭੈਣ ਨੇ ਕਿਹਾ ਕਿ ਇਹ ਝੂਠ ਬੋਲ ਰਹੀ ਹੈ, ਇਹ ਮੋਬਾਈਲ ਇਸ ਦਾ ਹੀ ਹੈ। ਮੈਂ ਆਪ ਮੋਬਾਈਲ ਇਸ ਕੋਲ ਦੇਖਿਆ ਹੈ। ਮੇਰੀ ਮਾਂ ਨੇ ਮੇਰੇ ਇੱਕ ਥੱਪੜ ਮਾਰਿਆ ਤੇ ਮੋਬਾਈਲ ਨੂੰ ਤੋੜ ਦਿੱਤਾ। ਇਹ ਸਭ ਦੇਖ ਕੇ ਮੇਰੀ ਭੈਣ ਹੱਸਣ ਲੱਗ ਪਈ। ਮੈਂ ਹੁਣ ਸਮਝ ਗਈ ਕਿ ਮੇਰੀ ਭੈਣ ਆਪਣਾ ਮੋਬਾਈਲ ਮੇਰੇ ਕੋਲ ਲੁਕਾ ਕੇ ਰੱਖਦੀ ਸੀ ਤਾਂ ਜੋ ਜਦੋਂ ਮੈਂ ਉਸ ਮੋਬਾਈਲ ਨੂੰ ਲੱਭਣ ਦੀ ਕੋਸ਼ਿਸ਼ ਕਰਾਂ ਤਾਂ ਮੈਨੂੰ ਉਹ ਨਾ ਮਿਲੇ। ਅਤੇ ਇੱਕ ਵਾਰ ਅਜਿਹਾ ਹੀ ਹੋਇਆ। ਇਸ ਤੋਂ ਬਾਅਦ ਮਾਂ ਨੇ ਮੇਰਾ ਕਾਲਜ ਜਾਣਾ ਬੰਦ ਕਰ ਦਿੱਤਾ ਅਤੇ ਮੇਰੇ ਤੇ ਨਜ਼ਰ ਰੱਖਣ ਲੱਗੀ। ਜਦੋਂ ਪਾਪਾ ਨੇ ਪੁੱਛਿਆ ਕਿ ਮੈਂ ਕਾਲਜ ਕਿਉਂ ਨਹੀਂ ਜਾ ਰਹੀ ਤਾਂ ਮਾਂ ਨੇ ਉਸ ਨੂੰ ਕਿਹਾ ਕਿ ਇਮਤਿਹਾਨ ਹੋਣ ਵਾਲੇ ਹਨ, ਇਸ ਲਈ ਉਹ ਘਰ ਵਿੱਚ ਹੀ ਤਿਆਰੀ ਕਰ ਰਹੀ ਹੈ। ਚਿੰਤਾ ਨਾ ਕਰੋ, ਮੈਂ ਸਭ ਕੁਝ ਸੰਭਾਲ ਲਵਾਂਗੀ। ਇੱਕ ਦਿਨ ਪਾਪਾ ਨੇ ਕਿਹਾ, ਮੇਰਾ ਦੋਸਤ ਚਾਹੁੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਦਾ ਵਿਆਹ ਕਰ ਦਈਏ। ਹੁਣ ਉਹ ਵੱਡੇ ਹੋ ਗਏ ਹਨ। ਦੀਦੀ ਦਾ ਰਿਸ਼ਤਾ ਪਾਪਾ ਦੇ ਦੋਸਤ ਦੇ ਘਰ ਤੈਅ ਹੋਇਆ ਸੀ ਅਤੇ ਇਹ ਰਿਸ਼ਤਾ ਉਸ ਦੀ ਆਪਣੀ ਮਰਜ਼ੀ ਨਾਲ ਹੋਇਆ ਸੀ। ਪਰ ਹੁਣ ਦੀਦੀ ਨੂੰ ਉਹ ਮੁੰਡਾ ਪਸੰਦ ਨਹੀਂ ਸੀ। ਮਾਂ ਨੇ ਦੀਦੀ ਨੂੰ ਬਹੁਤ ਸਮਝਾਇਆ ਪਰ ਉਸ ਨੇ ਮਾਂ ਦੀ ਗੱਲ ਨਾ ਸੁਣੀ। ਫਿਰ ਮਾਂ ਨੇ ਵਿਸ਼ਵਾਸ ਕੀਤਾ ਕਿ ਮੈਂ ਸੱਚ ਬੋਲ ਰਹੀ ਸੀ। ਹੁਣ ਮੈਂ ਕਾਲਜ ਜਾਣਾ ਸ਼ੁਰੂ ਕਰ ਦਿੱਤਾ ਕਿਉਂਕਿ ਸਾਰੀ ਸੱਚਾਈ ਮੇਰੀ ਮਾਂ ਦੇ ਸਾਹਮਣੇ ਆ ਚੁੱਕੀ ਸੀ। ਇੱਕ ਦਿਨ ਮੇਰੀ ਭੈਣ ਨੇ ਖੁਦ ਪਾਪਾ ਨੂੰ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਕਿਸੇ ਵੀ ਹਾਲਤ ਵਿੱਚ ਮੈਂ ਤੁਹਾਡੇ ਦੋਸਤ ਦੇ ਲੜਕੇ ਨਾਲ ਵਿਆਹ ਨਹੀਂ ਕਰੇਗੀ। ਉਹਨਾਂ ਦੇ ਘਰ ਖਾਣ ਪੀਣ ਲਈ ਤਾਂ ਕੁਝ ਹੈ ਨਹੀਂ,
ਉਹ ਮੇਰੀਆਂ ਇੱਛਾਵਾਂ ਅਤੇ ਸੁਪਨਿਆਂ ਨੂੰ ਕਿਵੇਂ ਪੂਰਾ ਕਰ ਸਕਦਾ ਹੈ। ਪਾਪਾ ਨੇ ਕਿਹਾ ਕਿ ਮੈਂ ਆਪਣੇ ਦੋਸਤ ਨੂੰ ਜਵਾਨ ਦੇ ਦਿੱਤੀ ਹੈ ਅਤੇ ਹੁਣ ਵਿਨੋਦ ਨੂੰ ਵੀ ਨੌਕਰੀ ਮਿਲਣ ਵਾਲੀ ਹੈ ਅਤੇ ਵੈਸੇ ਵੀ ਜੋ ਕੁਝ ਮੇਰੇ ਕੋਲ ਹੈ ਉਹ ਸਿਰਫ ਤੁਹਾਡਾ ਦੋਹਾਂ ਭੈਣਾਂ ਦਾ ਹੀ ਤਾਂ ਹੈ। ਮੈਂ ਕਿਹੜਾ ਇਸ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਹਾਂ। ਹੁਣ ਮੈਂ ਤੁਹਾਡੇ ਨਾਲ ਇਸ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਪਰ ਦੀਦੀ ਵੀ ਜਿੱਦ ਤੇ ਅੜੀ ਰਹੀ ਅਤੇ ਕਿਹਾ ਕਿ ਜੇਕਰ ਤੁਸੀਂ ਮੈਨੂੰ ਮਜਬੂਰ ਕੀਤਾ ਤਾਂ ਮੈਂ ਖੁਦਕੁਸ਼ੀ ਕਰ ਲਵਾਂਗੀ, ਪਰ ਮੈਂ ਕਿਸੇ ਵੀ ਹਾਲਤ ਵਿੱਚ ਵਿਨੋਦ ਨਾਲ ਵਿਆਹ ਨਹੀਂ ਕਰਾਂਗੀ। ਦੀਦੀ ਦੀ ਗੱਲ ਸੁਣ ਕੇ ਮੇਰੀ ਮਾਂ ਬਹੁਤ ਪਰੇਸ਼ਾਨ ਹੋ ਗਈ। ਪਾਪਾ ਦੇ ਦੋਸਤ ਵੀ ਵਿਆਹ ਦੀ ਕਾਹਲੀ ਕਰ ਰਹੇ ਸਨ ਕਿਉਂਕਿ ਉਹ ਬਿਮਾਰ ਰਹਿੰਦੇ ਸਨ। ਉਹ ਆਪਣੇ ਜਾਣ ਤੋਂ ਪਹਿਲਾਂ ਆਪਣੇ ਪੁੱਤਰ ਦਾ ਵਿਆਹ ਕਰਵਾਉਣਾ ਚਾਹੁੰਦੇ ਸਨ, ਪਰ ਦੀਦੀ ਮੰਨਣ ਲਈ ਤਿਆਰ ਨਹੀਂ ਸੀ। ਇੱਕ ਦਿਨ ਦੀਦੀ ਕਹਿਣ ਲੱਗੀ ਕਿ ਮੈਂ ਵਿਨੋਦ ਨਾਲ ਗੱਲ ਕਰਨਾ ਚਾਹੁੰਦੀ ਹਾਂ, ਮੈਂ ਉਸ ਨਾਲ ਗੱਲ ਕਰਨ ਜਾ ਰਹੀ ਹਾਂ। ਮਾਂ ਨੇ ਕਿਹਾ ਮੀਨਾ ਨੂੰ ਨਾਲ ਲੈ ਜਾ। ਭੈਣ ਕਹਿਣ ਲੱਗੀ ਕਿ ਤੁਸੀਂ ਮੈਨੂੰ ਇੱਥੇ ਕਦੋਂ ਤੱਕ ਕੈਦ ਕਰਕੇ ਰੱਖੋਗੇ, ਤੁਸੀਂ ਬੇਫਿਕਰ ਹੋ ਜਾਓ, ਮੈਂ ਘਰੋਂ ਭੱਜ ਨਹੀਂ ਰਹੀ। ਇਹ ਕਹਿ ਕੇ ਉਹ ਘਰੋਂ ਨਿਕਲ ਗਈ ਅਤੇ ਸ਼ਾਮ ਨੂੰ ਵਾਪਸ ਆ ਗਈ। ਜਦੋਂ ਉਹ ਵਾਪਸ ਆਈ ਤਾਂ ਉਹ ਬਹੁਤ ਖੁਸ਼ ਸੀ। ਮੇਰੀ ਮਾਂ ਵੀ ਉਸ ਨੂੰ ਦੇਖ ਕੇ ਖੁਸ਼ ਹੋ ਗਈ ਅਤੇ ਸੋਚ ਰਹੀ ਸੀ ਕਿ ਸ਼ਾਇਦ ਆਕਾਸ਼ ਨੇ ਉਸ ਨੂੰ ਵਿਆਹ ਲਈ ਮਨਾ ਲਿਆ ਹੋਵੇਗਾ ਕਿਉਂਕਿ ਵਿਨੋਦ ਵੀ ਦੀਦੀ ਨੂੰ ਪਸੰਦ ਕਰਦੇ ਸਨ। ਪਰ ਹਰ ਕੋਈ ਇਸ ਗੱਲ ਤੋਂ ਅਣਜਾਣ ਸੀ ਕਿ ਜਿਹੜੀ ਧੀ ਨੂੰ ਉਹਨਾਂ ਨੇ ਬਹੁਤ ਪਿਆਰ ਨਾਲ ਪਾਲਿਆ ਸੀ ਅਤੇ ਕਦੇ ਕਿਸੇ ਚੀਜ਼ ਤੇ ਕੋਈ ਪਾਬੰਦੀ ਨਹੀਂ ਲਗਾਈ ਸੀ, ਉਹ ਉਹਨਾਂ ਦੀ ਇੱਜ਼ਤ ਮਿੱਟੀ ਵਿੱਚ ਮਿਲਾਉਣ ਜਾ ਰਹੀ ਹੈ। ਧੀਆਂ ਮਾਂ-ਬਾਪ ਦੀ ਇੱਜ਼ਤ ਹੁੰਦੀਆਂ ਹਨ ਅਤੇ ਮਾਂ-ਬਾਪ ਦੀ ਇੱਜ਼ਤ ਖਾਤਰ ਆਪਣੀ ਜਾਨ ਵੀ ਦੇ ਦਿੰਦੀਆਂ ਹਨ, ਪਰ ਕੁਝ ਧੀਆਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਕੁਝ ਦਿਨਾਂ ਦੇ ਪਿਆਰ ਲਈ ਆਪਣੇ ਮਾਤਾ-ਪਿਤਾ ਦੀ ਇੱਜ਼ਤ ਨੂੰ ਆਪਣੇ ਪੈਰਾਂ ਹੇਠ ਰੋਲ ਦਿੰਦੀਆਂ ਹਨ ਅਤੇ ਉਹ ਇਹ ਵੀ ਨਹੀਂ ਸੋਚਦੀਆਂ ਕਿ ਉਹਨਾਂ ਦੇ ਮਾਤਾ-ਪਿਤਾ ਨੇ ਉਹਨਾਂ ਦੇ ਪਾਲਣ ਪੋਸ਼ਣ ਵਿੱਚ ਸਾਰੀ ਉਮਰ ਲੰਘਾ ਦਿੱਤੀ। ਅਸੀਂ ਸਾਰੇ ਸੋਚ ਰਹੇ ਸੀ ਕਿ ਮੇਰੀ ਭੈਣ ਵਿਨੋਦ ਆਪਣੇ ਮੰਗੇਤਰ ਨੂੰ ਮਿਲਣ ਜਾਂਦੀ ਹੈ, ਪਰ ਪਾਪਾ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿਉਂਕਿ ਉਸ ਸਮੇਂ ਇਹ ਬਹੁਤ ਮਾੜੀ ਗੱਲ ਸਮਝੀ ਜਾਂਦੀ ਸੀ। ਇੱਕ ਦਿਨ ਜਦੋਂ ਮੈਂ ਕਾਲਜ ਤੋਂ ਵਾਪਸ ਆ ਰਹੀ ਸੀ ਤਾਂ ਮੈਂ ਦੀਦੀ ਨੂੰ ਇੱਕ ਮੁੰਡੇ ਨਾਲ ਮੋਟਰਸਾਈਕਲ ਤੇ ਜਾਂਦੇ ਦੇਖਿਆ। ਮੈਂ ਸੋਚਿਆ ਕਿ ਇਹ ਵਿਨੋਦ ਹੋਵੇਗਾ, ਪਰ ਜਦੋਂ ਮੈਂ ਘਰ ਆਈ ਤਾਂ ਅੰਕਲ ਅਤੇ ਵਿਨੋਦ ਦੇ ਮਾਤਾ ਜੀ ਸਾਡੇ ਘਰ ਹੀ ਬੈਠੇ ਸਨ। ਹੁਣ ਮੈਨੂੰ ਵੀ ਪਤਾ ਲੱਗ ਗਿਆ ਸੀ ਕਿ ਦੀਦੀ ਝੂਠ ਬੋਲ ਰਹੀ ਸੀ। ਆਪਣੀ ਇੱਜ਼ਤ ਦੀ ਖਾਤਰ ਮਾਂ ਨੇ ਅੰਕਲ ਨੂੰ ਝੂਠ ਬੋਲਿਆ ਕਿ ਦੀਦੀ ਕਿਸੇ ਦੋਸਤ ਦੇ ਘਰ ਗਈ ਹੈ। ਦੀਦੀ ਕੋਲ ਹੁਣ ਇੱਕ ਮੋਬਾਈਲ ਸੀ। ਉਸ ਨੇ ਸਾਨੂੰ ਦੱਸਿਆ ਸੀ ਕਿ ਮੋਬਾਈਲ ਉਸ ਨੂੰ ਉਸ ਦੇ ਮੰਗੇਤਰ ਨੇ ਦਿੱਤਾ ਹੈ। ਉਸ ਦਿਨ ਵੀ ਉਹ ਘਰ ਨਹੀਂ ਸੀ। ਮੈਂ ਸਮਝ ਗਈ ਕਿ ਦੀਦੀ ਹੁਣ ਕਦੇ ਸੱਚ ਨਹੀਂ ਬੋਲ ਸਕਦੀ। ਉਹ ਜੋ ਕੁਝ ਕਰ ਰਹੀ ਹੈ ਉਹ ਬਹੁਤ ਗਲਤ ਸੀ, ਪਰ ਉਹ ਅਜੇ ਵੀ ਨਹੀਂ ਸਮਝ ਸਕੀ। ਵਿਨੋਦ ਪੜ੍ਹਿਆ ਲਿਖਿਆ ਸੀ ਤੇ ਉਸ ਨੂੰ ਚੰਗੀ ਨੌਕਰੀ ਮਿਲਣ ਵਾਲੀ ਸੀ। ਪਾਪਾ ਦੇ ਦੋਸਤ ਦੇ ਘਰ ਦੀ ਹਾਲਤ ਚੰਗੀ ਨਹੀਂ ਸੀ, ਉਹ ਬਿਮਾਰ ਵੀ ਰਹਿੰਦੇ ਸਨ। ਅੱਜ ਉਹ ਸਾਡੇ ਘਰ ਵਿਆਹ ਦੀ ਤਰੀਕ ਤੈਅ ਕਰਨ ਆਏ ਸਨ। ਮਾਂ ਪਾਪਾ ਨੇ ਉਹਨਾਂ ਨੂੰ 1 ਮਹੀਨੇ ਦਾ ਸਮਾਂ ਦਿੱਤਾ। ਦੀਦੀ ਘਰ ਆਈ ਤਾਂ ਸਾਰਿਆਂ ਨੂੰ ਦੇਖ ਕੇ ਹੈਰਾਨ ਰਹਿ ਗਈ। ਆਂਟੀ ਉੱਠੀ ਅਤੇ ਪਿਆਰ ਨਾਲ ਉਸ ਦੇ ਸਿਰ ਤੇ ਹੱਥ ਰੱਖਣ ਲੱਗੀ ਤੇ ਉਸ ਨੂੰ ਵਧਾਈ ਦੇਣ ਲੱਗੀ, ਪਰ ਦੀਦੀ ਨੇ ਉਹਨਾਂ ਦਾ ਹੱਥ ਸਿਰ ਤੋਂ ਹਟਾ ਦਿੱਤਾ ਅਤੇ ਕਮਰੇ ਵਿੱਚ ਚਲੀ ਗਈ। ਮਾਂ ਨੇ ਉਸ ਨੂੰ ਕਿਹਾ ਕਿ ਉਹ ਸ਼ਰਮਾ ਗਈ। ਮੈਂ ਆਪਣੀ ਭੈਣ ਦੇ ਕਮਰੇ ਵਿੱਚ ਗਈ ਅਤੇ ਉਸ ਨੂੰ ਮਿਠਾਈ ਖਵਾਉਣ ਲੱਗੀ। ਉਸ ਨੇ ਪਲੇਟ ਚਲਾ ਕੇ ਮਾਰੀ ਤੇ ਕਹਿਣ ਲੱਗੀ ਕਿ ਤੁਸੀਂ ਮੇਰੀ ਜ਼ਿੰਦਗੀ ਦਾ ਫੈਸਲਾ ਬਿਨਾਂ ਮੈਨੂੰ ਪੁੱਛੇ ਕਿਵੇਂ ਲੈ ਲਿਆ? ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਮੈਂ ਇਸ ਲੜਕੇ ਨਾਲ ਕਿਸੇ ਵੀ ਹਾਲਤ ਵਿੱਚ ਵਿਆਹ ਨਹੀਂ ਕਰਾਂਗੀ। ਤੁਹਾਡੇ ਵਿੱਚੋਂ ਕੋਈ ਵੀ ਮੈਨੂੰ ਮਜਬੂਰ ਨਹੀਂ ਕਰ ਸਕਦਾ। ਮੈਂ ਦੀਦੀ ਨੂੰ ਕਿਹਾ, ਤੈਨੂੰ ਕੀ ਹੋ ਗਿਆ ਹੈ? ਤੁਸੀਂ ਵਿਨੋਦ ਨਾਲ ਵਿਆਹ ਕਿਉਂ ਨਹੀਂ ਕਰਨਾ ਚਾਹੁੰਦੇ? ਉਸ ਵਿੱਚ ਕੀ ਕਮੀ ਹੈ? ਤਾਂ ਉਹ ਕਹਿਣ ਲੱਗੀ, ਜੇ ਤੁਸੀਂ ਉਸ ਨੂੰ ਇੰਨਾ ਪਸੰਦ ਕਰਦੇ ਹੋ ਤਾਂ ਉਸ ਨਾਲ ਵਿਆਹ ਕਰ ਲਓ, ਪਰ ਮੇਰਾ ਪਿੱਛਾ ਛੱਡੋ। ਉਸ ਦਿਨ ਵੀ ਮੈਂ ਦੀਦੀ ਨੂੰ ਬਹੁਤ ਸਮਝਾਇਆ ਕਿ ਪਾਪਾ ਨੂੰ ਤੇਰੇ ਤੇ ਬਹੁਤ ਮਾਣ ਹੈ, ਉਹ ਤੁਹਾਨੂੰ ਬਹੁਤ ਪਿਆਰ ਕਰਦੇ ਹਨ। ਜੋ ਕੁਝ ਵੀ ਤੁਸੀਂ ਕਿਹਾ ਉਹਨਾਂ ਨੇ ਸਦਾ ਹੀ ਤੇਰੀ ਗੱਲ ਮੰਨੀ। ਉਹ ਹੁਣ ਤੁਸੀਂ ਉਹਨਾਂ ਨਾਲ ਅਜਿਹਾ ਕਿਉਂ ਕਰ ਰਹੇ ਹੋ? ਤੁਹਾਨੂੰ ਪਾਪਾ ਦੀ ਇੱਜ਼ਤ ਦੀ ਪਰਵਾਹ ਨਹੀਂ? ਸਾਡੇ ਨਾਲ ਅਜਿਹਾ ਨਾ ਕਰੋ। ਮਾਂ ਨੇ ਵੀ ਕਮਰੇ ਵਿੱਚ ਆ ਕੇ ਹੱਥ ਜੋੜ ਕੇ ਉਸ ਨੂੰ ਕਿਹਾ ਕਿ ਬੇਟੀ ਘੱਟੋ ਘੱਟ ਸਾਡੀ ਇੱਜ਼ਤ ਦਾ ਖਿਆਲ ਰੱਖ ਅਤੇ ਵਿਆਹ ਕਰਵਾ ਲੈ, ਪਰ ਉਸ ਨੇ ਕਿਸੇ ਦੀ ਨਾ ਸੁਣੀ ਅਤੇ ਕਮਰੇ ਤੋਂ ਬਾਹਰ ਚਲੀ ਗਈ। ਪਾਪਾ ਕੋਲ ਜਾ ਕੇ ਪਾਪਾ ਨੂੰ ਕਿਹਾ ਕਿ ਮੀਨਾ ਦਾ ਵਿਆਹ ਵਿਨੋਦ ਨਾਲ ਕਰ ਦਿਓ।
ਮੈਂ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ। ਮੈਂ ਆਪਣੀ ਪਸੰਦ ਦੇ ਮੁੰਡੇ ਨਾਲ ਹੀ ਵਿਆਹ ਕਰਾਂਗੀ। ਪਾਪਾ ਨੇ ਗੁੱਸੇ ਵਿੱਚ ਉਸ ਨੂੰ ਥੱਪੜ ਮਾਰ ਦਿੱਤਾ। ਪਾਪਾ ਦੀ ਸਿਹਤ ਵਿਗੜਦੀ ਜਾ ਰਹੀ ਸੀ। ਮਾਂ ਨੇ ਪਾਪਾ ਨੂੰ ਸਮਝਾਇਆ ਕਿ ਤੁਸੀਂ ਚਿੰਤਾ ਨਾ ਕਰੋ, ਉਹ ਅਜੇ ਨਾ ਸਮਝ ਹੈ। ਜਦੋਂ ਉਸ ਦਾ ਵਿਆਹ ਹੋਵੇਗਾ ਤਾਂ ਸਭ ਠੀਕ ਹੋ ਜਾਵੇਗਾ। ਇਸ ਉਮਰ ਵਿੱਚ ਬੱਚੇ ਗਲਤੀਆਂ ਕਰਦੇ ਹਨ, ਉਹਨਾਂ ਨੂੰ ਸਮਝਾਉਣਾ ਸਾਡਾ ਫਰਜ਼ ਹੈ। ਪਾਪਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਕੁੜੀ ਮੇਰੀ ਇੱਜ਼ਤ ਮਿੱਟੀ ਵਿੱਚ ਮਿਲਾਵੇਗੀ, ਪਰ ਤੁਸੀਂ ਵੀ ਸਾਫ਼-ਸਾਫ਼ ਸਮਝ ਲਓ ਕਿ ਜੇ ਉਸਨੇ ਅਜਿਹਾ ਕੁਝ ਕੀਤਾ ਤਾਂ ਮੈਂ ਸਾਰੀ ਉਮਰ ਉਸ ਨੂੰ ਮਾਫ਼ ਨਹੀਂ ਕਰਾਂਗਾ। ਜੇਕਰ ਉਸਨੇ ਆਪਣੀ ਮਰਜ਼ੀ ਨਾਲ ਵਿਆਹ ਕਰਨਾ ਹੈ ਤਾਂ ਮੇਰੀ ਇੱਕ ਸ਼ਰਤ ਹੈ, ਉਹ ਉਸ ਮੁੰਡੇ ਨੂੰ ਘਰ ਬੁਲਾ ਲਵੇ। ਉਸ ਮੁੰਡੇ ਨਾਲ ਵਿਆਹ ਕਰਵਾ ਕੇ ਮੈਂ ਉਸੇ ਦਿਨ ਉਸ ਨੂੰ ਵਿਦਾ ਕਰ ਦਿਆਂਗਾ। ਉਸ ਤੋਂ ਬਾਅਦ ਉਸ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ ਰਹੇਗਾ ਅਤੇ ਨਾ ਹੀ ਉਹ ਮੇਰੇ ਘਰ ਵਾਪਸ ਆਵੇਗੀ। ਤੁਸੀਂ ਉਸ ਨੂੰ ਭੁੱਲ ਜਾਓ ਅਤੇ ਬਸ ਯਾਦ ਰੱਖੋ ਕਿ ਸਾਡੀ ਇੱਕ ਹੀ ਧੀ ਹੈ। ਇਹ ਸੁਣ ਕੇ ਮੇਰੀ ਮਾਂ ਰੋਣ ਲੱਗ ਪਈ, ਪਰ ਜਦੋਂ ਦੀਦੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੂੰ ਥੋੜਾ ਵੀ ਪਛਤਾਵਾ ਨਹੀਂ ਹੋਇਆ ਤੇ ਉਹ ਬਹੁਤ ਖੁਸ਼ ਹੋ ਗਈ। ਉਹ ਕਹਿਣ ਲੱਗੀ ਕਿ ਮੈਨੂੰ ਇੱਕ ਵਾਰ ਵਿਆਹ ਕਰ ਲੈਣ ਦਿਓ, ਫਿਰ ਮੈਂ ਪਾਪਾ ਨੂੰ ਆਪ ਹੀ ਮਨਾ ਲਵਾਂਗੀ। ਉਹ ਮੈਨੂੰ ਬਹੁਤ ਪਿਆਰ ਕਰਦੇ ਹਨ, ਉਹ ਬਾਅਦ ਵਿੱਚ ਮੰਨ ਹੀ ਜਾਣਗੇ। ਹੁਣ ਦੀਦੀ ਦੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸਨ। ਦੀਦੀ ਨੇ ਲੜਕੇ ਨੂੰ ਘਰ ਬੁਲਾਉਣ ਲਈ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ। ਪਾਪਾ ਬਹੁਤ ਚਿੰਤਤ ਸੀ ਕਿ ਉਸਦੇ ਦੋਸਤ ਕੀ ਕਹਿਣਗੇ। ਵਿਆਹ ਦੇ ਦਿਨ ਵੀ ਨੇੜੇ ਆ ਰਹੇ ਸਨ ਤੇ ਉਹ ਮੁੰਡਾ ਦੀਦੀ ਦਾ ਫੋਨ ਵੀ ਨਹੀਂ ਚੁੱਕ ਰਿਹਾ ਸੀ। ਦੀਦੀ ਹੁਣ ਟੈਨਸ਼ਨ ਕਾਰਨ ਬਿਮਾਰ ਰਹਿਣ ਲੱਗੀ ਅਤੇ ਇਸ ਦੌਰਾਨ ਵਿਨੋਦ ਨੂੰ ਵੀ ਸਭ ਕੁਝ ਪਤਾ ਲੱਗ ਗਿਆ। ਜਦੋਂ ਵਿਨੋਦ ਇਸ ਬਾਰੇ ਦੀਦੀ ਨਾਲ ਗੱਲ ਕਰਨ ਆਇਆ ਤਾਂ ਦੀਦੀ ਨੇ ਉਸ ਦੀ ਬਹੁਤ ਬੇਇੱਜ਼ਤੀ ਕੀਤੀ। ਕਹਿਣ ਲੱਗੀ ਕਿ ਤੇਰੀ ਹੈਸੀਅਤ ਕੀ ਹੈ ਕਿ ਤੂੰ ਮੇਰੇ ਨਾਲ ਵਿਆਹ ਕਰਨਾ ਚਾਹੁੰਦਾ ਹੈ। ਵਿਨੋਦ ਕਹਿਣ ਲੱਗਾ ਕਿ ਜਦੋਂ ਮੈਂ ਤੈਨੂੰ ਪਹਿਲੀ ਵਾਰ ਵਿਆਹ ਲਈ ਕਿਹਾ ਸੀ ਤਾਂ ਮੈਨੂੰ ਇਨਕਾਰ ਕਿਉਂ ਨਹੀਂ ਕੀਤਾ? 4 ਸਾਲਾਂ ਵਿੱਚ ਅਜਿਹਾ ਕੀ ਹੋਇਆ ਕਿ ਹੁਣ ਤੁਸੀਂ ਆਪਣਾ ਫੈਸਲਾ ਬਦਲ ਲਿਆ? ਜੇ ਤੁਸੀਂ ਮੇਰੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੇ ਸੀ ਤਾਂ ਤੁਸੀਂ ਮੈਨੂੰ ਉਦੋਂ ਹੀ ਮਨਾ ਕਰ ਦਿੰਦੇ ਤਾਂ ਮੈਂ ਕਦੇ ਵੀ ਤੇਰੇ ਨਾਲ ਵਿਆਹ ਨਹੀਂ ਕਰਵਾਉਂਦਾ ਸੀ। ਪਰ ਹੁਣ ਵਿਆਹ ਦੀ ਤਰੀਕ ਤੈਅ ਹੋ ਗਈ ਹੈ, ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਹੁਣ ਮੈਂ ਕਿਸੇ ਵੀ ਹਾਲਤ ਵਿੱਚ ਪਿੱਛੇ ਨਹੀਂ ਹਟ ਸਕਦਾ। ਹੁਣ ਗੱਲ ਮੇਰੀ ਇੱਜ਼ਤ ਤੇ ਆ ਗਈ ਹੈ। ਦੀਦੀ ਨੇ ਕਿਹਾ, ਤੁਸੀਂ ਜੋ ਕਰਨਾ ਚਾਹੁੰਦੇ ਹੋ ਕਰੋ, ਪਰ ਮੈਂ ਤੁਹਾਡੇ ਨਾਲ ਕਦੇ ਵਿਆਹ ਨਹੀਂ ਕਰਾਂਗੀ। ਉਹ ਮੁੰਡਾ ਅਜੇ ਵੀ ਦੀਦੀ ਦਾ ਫੋਨ ਨਹੀਂ ਚੁੱਕ ਰਿਹਾ ਸੀ। ਦੀਦੀ ਉਸ ਲੜਕੇ ਦੇ ਘਰ ਗਈ ਜਿੱਥੇ ਉਹ ਰਹਿੰਦਾ ਸੀ, ਪਰ ਉਸ ਬਾਰੇ ਕੁਝ ਪਤਾ ਨਾ ਲੱਗਾ। ਉਸ ਦੇ ਗੁਆਂਢੀ ਨੇ ਵੀ ਉਸ ਬਾਰੇ ਕੁਝ ਨਹੀਂ ਦੱਸਿਆ ਅਤੇ ਫਿਰ ਦੀਦੀ ਨੂੰ ਪਾਪਾ ਦਾ ਫੈਸਲਾ ਮੰਨਣ ਲਈ ਮਜਬੂਰ ਹੋਣਾ ਪਿਆ। ਪਾਪਾ ਨੇ ਉਸ ਨੂੰ 10 ਦਿਨ ਦਾ ਸਮਾਂ ਦਿੱਤਾ ਸੀ ਤੇ ਕਿਹਾ ਸੀ ਜੇਕਰ ਉਹ ਮੁੰਡਾ ਇੱਜ਼ਤ ਨਾਲ ਤੁਹਾਡਾ ਰਿਸ਼ਤਾ ਮੰਗਣ ਆਇਆ ਤਾਂ ਮੈਂ ਤੁਹਾਨੂੰ ਉਸ ਨਾਲ ਵਿਦਾ ਕਰ ਦਿਆਂਗਾ। ਜੇ ਉਹ ਨਾ ਆਇਆ ਤਾਂ ਤੈਨੂੰ ਮੇਰੀ ਗੱਲ ਮੰਨਣੀ ਪਵੇਗੀ। ਪਰ ਉਹ ਨਾ ਆਇਆ ਤੇ ਨਾ ਹੀ ਦੀਦੀ ਦਾ ਫੋਨ ਚੁੱਕਿਆ। ਹੁਣ ਘਰ ਵਿੱਚ ਵਿਆਹ ਦੇ ਢੋਲ ਵੱਜਣ ਲੱਗ ਪਏ ਸਨ। ਸਾਰੇ ਮਹਿਮਾਨ ਆਉਣੇ ਸ਼ੁਰੂ ਹੋ ਗਏ ਸਨ। ਦੀਦੀ ਦਾ ਰੋ ਰੋ ਕੇ ਬੁਰਾ ਹਾਲ ਸੀ। ਮਾਂ ਪਾਪਾ ਨੇ ਉਸ ਨੂੰ ਬਹੁਤ ਸਮਝਾਇਆ ਕਿ ਮਾਪੇ ਕਦੇ ਵੀ ਆਪਣੇ ਬੱਚਿਆਂ ਲਈ ਕੋਈ ਗਲਤ ਫੈਸਲਾ ਨਹੀਂ ਲੈਂਦੇ। ਮਾਪੇ ਆਪਣੇ ਬੱਚਿਆਂ ਨੂੰ ਹਮੇਸ਼ਾ ਖੁਸ਼ ਦੇਖਣਾ ਚਾਹੁੰਦੇ ਹਨ। ਵਿਨੋਦ ਬਹੁਤ ਵਧੀਆ ਮੁੰਡਾ ਹੈ ਅਤੇ ਉਹ ਤੁਹਾਨੂੰ ਬਹੁਤ ਖੁਸ਼ ਰੱਖੇਗਾ। ਜੇ ਉਹ ਮੁੰਡਾ ਸੱਚਾ ਹੁੰਦਾ ਜਿਸ ਨਾਲ ਤੂੰ ਪਿਆਰ ਕਰਦੀ ਸੀ ਤਾਂ ਜਿਸ ਦਿਨ ਉਸ ਨੂੰ ਤੇਰੇ ਰਿਸ਼ਤੇ ਬਾਰੇ ਪਤਾ ਲੱਗਾ ਸੀ ਤਾਂ ਉਸਨੇ ਉਸੇ ਦਿਨ ਮੇਰੇ ਨਾਲ ਗੱਲ ਕਰਨ ਆ ਜਾਣਾ ਸੀ। ਪਰ ਉਹ ਤਾਂ ਤੇਰੇ ਨਾਲ ਫਲਰਟ ਕਰਨਾ ਚਾਹੁੰਦਾ ਸੀ। ਉਹ ਧੋਖੇਬਾਜ਼ ਸੀ, ਪਰ ਭੈਣ ਉਸਦੇ ਪਿਆਰ ਵਿੱਚ ਅੰਨੀ ਹੋ ਗਈ ਸੀ। ਉਹ ਸਿਰਫ ਆਪਣੇ ਬਾਰੇ ਹੀ ਸੋਚ ਰਹੀ ਸੀ। ਵੈਸੇ ਵੀ ਦੀਦੀ ਨੇ ਸ਼ੁਰੂ ਤੋਂ ਹੀ ਆਪਣੇ ਬਾਰੇ ਸੋਚਿਆ ਸੀ ਉਹਨਾਂ ਦੇ ਕਾਰਨ ਕੀ ਕੁਝ ਹੋ ਜਾਵੇਗਾ। ਕਿਸੇ ਨੂੰ ਨਹੀਂ ਪਤਾ ਸੀ ਕਿ ਦੀਦੀ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਮੇਰੇ ਲਈ ਇੱਕ ਰਿਸ਼ਤਾ ਆਇਆ। ਪਾਪਾ ਵੀ ਬਹੁਤ ਖੁਸ਼ ਸੀ। ਪਾਪਾ ਨੇ ਮੇਰਾ ਰਿਸ਼ਤਾ ਪਰਿਵਾਰ ਵਾਲਿਆਂ ਦੀ ਹਾਜ਼ਰੀ ਵਿੱਚ ਹੀ ਤੈਅ ਕੀਤਾ ਸੀ। ਇਹ ਸਭ ਕੁਝ ਬਹੁਤ ਅਚਾਨਕ ਹੋਇਆ ਸੀ ਕਿਉਂਕਿ ਪਾਪਾ ਉਹਨਾਂ ਨੂੰ ਜਾਣਦੇ ਸਨ ਅਤੇ ਉਹ ਬਹੁਤ ਚੰਗੇ ਲੋਕ ਸਨ। ਭੂਆ ਹੀ ਮੇਰੇ ਲਈ ਰਿਸ਼ਤਾ ਲੈ ਕੇ ਆਈ ਸੀ। ਮੈਂ ਸੋਚਿਆ ਵੀ ਨਹੀਂ ਸੀ ਕਿ ਇੰਨੀ ਜਲਦੀ ਮੇਰਾ ਵਿਆਹ ਹੋ ਜਾਵੇਗਾ। ਮਾਂ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਤੇਰਾ ਰਿਸ਼ਤਾ ਮੰਗ ਰਹੇ ਸਨ। ਮੁੰਡੇ ਨੇ ਤੁਹਾਨੂੰ ਦੇਖਿਆ ਹੈ ਅਤੇ ਤੁਹਾਨੂੰ ਪਸੰਦ ਕਰਦਾ ਹੈ। ਉਹ ਕਹਿ ਰਹੀ ਸੀ ਕਿ ਮੁੰਡਾ ਬਹੁਤ ਚੰਗਾ ਹੈ ਅਤੇ ਚੰਗੇ ਘਰ ਦਾ ਹੈ। ਮੇਰੀ ਧੀ ਬਹੁਤ ਖੁਸ਼ਕਿਸਮਤ ਹੈ। ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਜਿਸ ਮੁੰਡੇ ਨੇ ਮੇਰਾ ਲਈ ਰਿਸ਼ਤਾ ਭੇਜਿਆ ਹੈ ਉਹ ਮੈਨੂੰ ਦੇਖ ਚੁੱਕਾ ਹੈ। ਮੈਨੂੰ ਮੇਰੀ ਕਿਸਮਤ ਤੇ ਵਿਸ਼ਵਾਸ ਨਹੀਂ ਆ ਰਿਹਾ ਸੀ।
ਜਦੋਂ ਮੇਰੀ ਭੈਣ ਨੂੰ ਸਭ ਕੁਝ ਪਤਾ ਲੱਗਾ ਤਾਂ ਉਸ ਨੂੰ ਬਹੁਤ ਗੁੱਸਾ ਆਇਆ। ਉਹ ਕਹਿਣ ਲੱਗੀ, ਮੈਨੂੰ ਲੱਗਦਾ ਹੈ ਕਿ ਮੈਂ ਤੁਹਾਡੀ ਮਤਰੇਈ ਧੀ ਹਾਂ, ਜੋ ਮੇਰਾ ਵਿਆਹ ਉਸ ਗਰੀਬ ਲੜਕੇ ਨਾਲ ਕਰ ਰਹੇ ਹੋ, ਜੋ ਮੈਨੂੰ 2 ਵਕਤ ਦੀ ਰੋਟੀ ਵੀ ਚੰਗੀ ਤਰ੍ਹਾਂ ਨਹੀਂ ਦੇ ਸਕੇਗਾ, ਜੋ ਮੈਨੂੰ ਗਰੀਬੀ ਤੋਂ ਇਲਾਵਾ ਕੁਝ ਨਹੀਂ ਦੇ ਸਕਦਾ। ਮੈਂ ਦੀਦੀ ਨੂੰ ਸਮਝਾਇਆ ਕਿ ਕਿਸਮਤ ਬਦਲਣ ਵਿੱਚ ਦੇਰ ਨਹੀਂ ਲੱਗਦੀ। ਤੁਸੀਂ ਦੇਖਿਓ, ਵਿਨੋਦ ਨੂੰ ਬਹੁਤ ਜਲਦੀ ਚੰਗੀ ਨੌਕਰੀ ਮਿਲ ਜਾਵੇਗੀ ਅਤੇ ਉਸ ਦਾ ਸਮਾਂ ਵੀ ਬਦਲ ਜਾਵੇਗਾ। ਮੈਨੂੰ ਰੱਬ ਤੇ ਪੂਰਾ ਭਰੋਸਾ ਹੈ। ਇੱਕ ਦਿਨ ਮੇਰੀ ਨਣਦ ਘਰ ਆਈ ਅਤੇ ਉਸਨੇ ਆਪਣੇ ਭਰਾ ਦੀ ਮੇਰੇ ਨਾਲ ਗੱਲ ਕਰਵਾਈ। ਉਸ ਦਿਨ ਮੈਂ ਪਹਿਲੀ ਵਾਰ ਆਪਣੇ ਹੋਣ ਵਾਲੇ ਪਤੀ ਨਾਲ ਗੱਲ ਕੀਤੀ ਸੀ ਅਤੇ ਸ਼ਾਇਦ ਮੇਰੀ ਪਹਿਲੀ ਅਤੇ ਆਖਰੀ ਗੱਲਬਾਤ ਸੀ। ਪਤਾ ਨਹੀਂ ਕਿਹੜੀ ਮੁਸੀਬਤ ਸਾਡੇ ਘਰ ਆਉਣ ਵਾਲੀ ਸੀ। ਮੇਰੀ ਭੈਣ ਦੇ ਵਿਆਹ ਦਾ ਦਿਨ ਆ ਗਿਆ ਸੀ ਅਤੇ ਉਹ ਸਦਮੇ ਵਿੱਚ ਬੈਠੀ ਸੀ। ਮੇਰੀ ਕਜ਼ਨ ਕਹਿਣ ਲੱਗੀ, ਤੁਸੀਂ ਇਹੋ ਜਿਹਾ ਮੂੰਹ ਬਣਾ ਕੇ ਬੈਠੇ ਹੋ ਜਿਵੇਂ ਜ਼ਬਰਦਸਤੀ ਵਿਆਹ ਕਰਵਾ ਰਹੇ ਹੋ। ਸੱਚ ਉਹੀ ਸੀ ਜੋ ਲੋਕ ਮਹਿਸੂਸ ਕਰ ਰਹੇ ਸਨ। ਮਾਂ ਉਹਨਾਂ ਲੋਕਾਂ ਨੂੰ ਬਹਾਨਾ ਬਣਾ ਕੇ ਦੀਦੀ ਨੂੰ ਆਪਣੇ ਨਾਲ ਲੈ ਗਈ। ਹੁਣ ਬਰਾਤ ਵੀ ਆ ਗਈ, ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ। ਜਿਵੇਂ ਹੀ ਬਰਾਤ ਆਉਂਦੀ ਹੈ, ਸਾਰੇ ਲੋਕ ਬਰਾਤ ਦੇਖਣ ਚਲੇ ਗਏ। ਮੈਂ ਬਹੁਤ ਖੁਸ਼ ਸੀ ਕਿ ਮੇਰੀ ਭੈਣ ਦਾ ਵਿਆਹ ਹੋ ਰਿਹਾ ਹੈ। ਜਦੋਂ ਮਹੂਰਤ ਦਾ ਸਮਾਂ ਆਇਆ ਤਾਂ ਪੰਡਤ ਜੀ ਨੇ ਦੁਲਹਨ ਨੂੰ ਬੁਲਾਉਣ ਲਈ ਕਿਹਾ ਤਾਂ ਮੇਰੀ ਮਾਂ ਮੇਰੀ ਭੈਣ ਨੂੰ ਲੈਣ ਗਈ ਤਾਂ ਉਹ ਆਪਣੇ ਕਮਰੇ ਵਿੱਚ ਨਹੀਂ ਸੀ। ਉਹ ਉੱਥੋਂ ਭੱਜ ਗਈ ਸੀ। ਜਾਣ ਵੇਲੇ ਉਹ ਇੱਕ ਚਿੱਠੀ ਛੱਡ ਗਈ। ਉਸ ਚਿੱਠੀ ਵਿੱਚ ਲਿਖਿਆ ਸੀ, ਤੁਸੀਂ ਲੋਕ ਮੈਨੂੰ ਵਿਆਹ ਲਈ ਮਜਬੂਰ ਨਹੀਂ ਕਰ ਸਕਦੇ। ਮੈਂ ਤੁਹਾਡੇ ਲਈ ਆਪਣੀ ਖੁਸ਼ੀ ਨਹੀਂ ਛੱਡ ਸਕਦੀ, ਇਸ ਲਈ ਮੈਂ ਇਹ ਘਰ ਛੱਡ ਰਹੀ ਹਾਂ। ਇਹ ਸੁਣ ਕੇ ਪਾਪਾ ਦੀ ਹਾਲਤ ਕਾਫੀ ਖਰਾਬ ਹੋ ਗਈ। ਪਾਪਾ ਦੇ ਦੋਸਤਾਂ ਅਤੇ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਸਭ ਕੁਝ ਪਤਾ ਲੱਗ ਗਿਆ ਸੀ। ਹਰ ਕੋਈ ਲਾੜੀ ਦੇ ਆਉਣ ਦਾ ਉਡੀਕ ਕਰ ਰਿਹਾ ਸੀ, ਪਰ ਉਹ ਆਪਣੇ ਪਿਤਾ ਦੀ ਇੱਜ਼ਤ ਰੋਲ ਕੇ ਚਲੀ ਗਈ ਸੀ। ਪਾਪਾ ਰੋਂਦੇ ਹੋਏ ਕਹਿ ਰਹੇ ਸੀ ਕਿ ਮੈਥੋਂ ਕੀ ਗਲਤੀ ਹੋ ਗਈ। ਮੇਰੇ ਪਾਲਣ ਪੋਸ਼ਣ ਵਿੱਚ ਮੇਰੀ ਧੀ ਨੇ ਇੱਕ ਵਾਰ ਵੀ ਮੇਰੀ ਇੱਜ਼ਤ ਦਾ ਖਿਆਲ ਨਹੀਂ ਕੀਤਾ। ਹੁਣ ਮੈਂ ਲੋਕਾਂ ਨੂੰ ਕਿਹੜਾ ਮੂੰਹ ਦਿਖਾਵਾਂਗਾ? ਮੈਂ ਕੀ ਕਹਾਂਗਾ ਕਿ ਮੇਰੀ ਧੀ ਵਿਆਹ ਛੱਡ ਕੇ ਕਿੱਥੇ ਚਲੀ ਗਈ? ਪਿਤਾ ਜੀ ਦੇ ਦੋਸਤ ਨੇ ਕਿਹਾ, ਚਿੰਤਾ ਨਾ ਕਰੋ, ਮੀਨਾ ਵੀ ਸਾਡੀ ਧੀ ਹੈ। ਜੇਕਰ ਤੁਹਾਡੀ ਇੱਕ ਧੀ ਸਾਡੇ ਘਰ ਦੀ ਨੂੰਹ ਨਹੀਂ ਬਣ ਸਕੀ ਤਾਂ ਦੂਸਰੀ ਧੀ ਬਣ ਸਕਦੀ ਹੈ। ਪਾਪਾ ਨੇ ਮੇਰੇ ਵੱਲ ਦੇਖਿਆ। ਮੈਨੂੰ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਆਸ ਨਜ਼ਰ ਆਈ। ਇਹ ਸੁਣ ਕੇ ਮੈਂ ਮਾਂ ਨੂੰ ਜੱਫੀ ਪਾ ਲਈ। ਮੈਂ ਰੋਣ ਲੱਗੀ। ਮੈਂ ਆਪਣੀ ਮਾਂ ਨੂੰ ਕਿਹਾ ਕਿ ਅਜਿਹਾ ਨਾ ਕਰੋ। ਪਾਪਾ ਨੇ ਆਪਣੇ ਦੋਸਤ ਨੂੰ ਵੀ ਕਿਹਾ ਕਿ ਮੀਨਾ ਦੀ ਤਾਂ ਮੰਗਣੀ ਹੋ ਚੁੱਕੀ ਹੈ। ਮੈਂ ਉਹਨਾਂ ਲੋਕਾਂ ਨੂੰ ਕੀ ਕਹਾਂਗਾ? ਤਾਂ ਪਾਪਾ ਦੇ ਦੋਸਤ ਨੇ ਕਿਹਾ ਕਿ ਮੰਗਣੀ ਹੀ ਹੋਈ ਹੈ, ਵਿਆਹ ਤਾਂ ਨਹੀਂ ਹੋਇਆ। ਕਹਿ ਦਿਓ ਕਿ ਮੀਨਾ ਦਾ ਵਿਆਹ ਜਿੱਥੇ ਹੋਣਾ ਸੀ ਉੱਥੇ ਅਸੀਂ ਕਰ ਦਿੱਤਾ। ਇਸ ਤਰ੍ਹਾਂ ਅਚਾਨਕ ਮੇਰਾ ਵਿਨੋਦ ਨਾਲ ਵਿਆਹ ਹੋ ਗਿਆ, ਜਿਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ। ਅੱਜ ਉਹ ਮੇਰੇ ਸਾਹਮਣੇ ਮੇਰਾ ਪਤੀ ਬਣ ਕੇ ਖੜਾ ਸੀ। ਕੁੜੀਆਂ ਨਾਲ ਅਜਿਹਾ ਕਿਉਂ ਹੁੰਦਾ ਹੈ? ਸਾਨੂੰ ਹਮੇਸ਼ਾ ਕੁਰਬਾਨੀਆਂ ਕਿਉਂ ਕਰਨੀਆਂ ਪੈਂਦੀਆਂ ਹਨ? ਮਾਪੇ ਆਪਣੀ ਇੱਜ਼ਤ ਦੀ ਖਾਤਰ ਆਪਣੇ ਦੂਜੇ ਬੱਚੇ ਦੇ ਸੁਪਨੇ ਤੋੜ ਦਿੰਦੇ ਹਨ। ਮੈਨੂੰ ਆਪਣੀ ਭੈਣ ਦੇ ਕੀਤੇ ਦੀ ਸਜ਼ਾ ਮਿਲੀ ਅਤੇ ਉਹ ਪਤਾ ਨਹੀਂ ਕਿੱਥੇ ਚਲੀ ਗਈ ਸੀ। ਉਸ ਦਾ ਕਿਸੇ ਨੇ ਪਤਾ ਨਹੀਂ ਲਿਆ। ਪਿਤਾ ਜੀ ਨੇ ਕਿਹਾ, ਉਹ ਸਾਡੇ ਲਈ ਮਰ ਗਈ ਹੈ। ਮੇਰਾ ਅਤੇ ਇਸ ਘਰ ਦੇ ਕਿਸੇ ਹੋਰ ਵਿਅਕਤੀ ਦਾ ਉਸ ਲੜਕੀ ਨਾਲ ਕੋਈ ਸੰਬੰਧ ਨਹੀਂ। ਮਾਤਾ ਪਿਤਾ ਦੇ ਆਸ਼ੀਰਵਾਦ ਨਾਲ ਮੈਂ ਆਪਣੇ ਸਹੁਰੇ ਘਰ ਚਲੀ ਗਈ, ਪਰ ਮੇਰਾ ਇਮਤਿਹਾਨ ਅਜੇ ਖਤਮ ਨਹੀਂ ਹੋਇਆ ਸੀ। ਜ਼ਿੰਦਗੀ ਵੀ ਉਹਨਾਂ ਲੋਕਾਂ ਨੂੰ ਵਾਰ-ਵਾਰ ਖੜਕਦੀ ਹੈ ਜੋ ਪਹਿਲਾਂ ਹੀ ਟੁੱਟੇ ਹੋਏ ਹੁੰਦੇ ਹਨ। ਮਾਂ ਨੇ ਮੈਨੂੰ ਸਮਝਾਇਆ ਸੀ ਕਿ ਸਭ ਕੁਝ ਭੁੱਲ ਕੇ ਹੁਣ ਤੂੰ ਰਿਸ਼ਤਾ ਕਾਇਮ ਰੱਖਣਾ ਹੈ, ਕਿਉਂਕਿ ਹੁਣ ਤੋਂ ਇਹ ਤੇਰਾ ਘਰ ਹੈ। ਪਰ ਕਿਸੇ ਕੁੜੀ ਦਾ ਆਪਣਾ ਘਰ ਕਦੇ ਨਹੀਂ ਹੁੰਦਾ। ਉਹ ਹਮੇਸ਼ਾ ਇੱਕ ਥਾਂ ਤੋਂ ਦੂਜੀ ਥਾਂ ਜਾਂਦੀ ਹੈ। ਸਾਰੀ ਉਮਰ ਆਪਣੇ ਮਾਪਿਆਂ ਦੇ ਘਰ ਇਹ ਗੱਲ ਸੁਣਦੀ ਹੈ ਕਿ ਉਹ ਇੱਕ ਬੇਗਾਨਾ ਧਨ ਹੈ। ਕੱਲ ਨੂੰ ਉਸ ਨੇ ਆਪਣੇ ਘਰ ਜਾਣਾ ਹੈ ਅਤੇ ਜਦੋਂ ਵਿਆਹ ਹੋਇਆ ਤਾਂ ਸੱਸ ਕਹਿ ਰਹੀ ਸੀ ਕਿ ਇਹ ਘਰ ਤੇਰਾ ਆਪਣਾ ਨਹੀਂ ਹੈ, ਕਿਉਂਕਿ ਮੇਰੇ ਬੇਟੇ ਨੇ ਮਜਬੂਰੀ ਵਿੱਚ ਤੇਰੇ ਨਾਲ ਵਿਆਹ ਕਰਵਾਇਆ ਹੈ। ਮੇਰੀ ਸੱਸ ਮੈਨੂੰ ਇਹ ਸਾਰੀਆਂ ਗੱਲਾਂ ਕਹਿ ਰਹੀ ਸੀ। ਮੇਰਾ ਪਤੀ ਜੋ ਪਹਿਲਾਂ ਮੇਰੀ ਭੈਣ ਦਾ ਮੰਗੇਤਰ ਸੀ ਅਤੇ ਉਸ ਨਾਲ ਪਿਆਰ ਕਰਦਾ ਸੀ, ਉਸ ਦਿਨ ਬਹੁਤ ਰੋਇਆ। ਮੇਰੀ ਭੈਣ ਦੀ ਧੋਖੇਬਾਜ਼ੀ ਉਸ ਨੂੰ ਬਰਦਾਸ਼ਤ ਨਹੀਂ ਹੋ ਰਹੀ ਸੀ। ਕਾਸ਼ ਇਹ ਲੋਕ ਉਦੋਂ ਰੁਕ ਜਾਂਦੇ ਜਦੋਂ ਦੀਦੀ ਨੇ ਵਿਆਹ ਤੋਂ ਵਾਰ-ਵਾਰ ਇਨਕਾਰ ਕੀਤਾ ਸੀ। ਮੇਰੇ ਪਤੀ ਨੇ ਵੀ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਉਹ ਮੈਨੂੰ ਆਪਣੀ ਪਤਨੀ ਵਜੋਂ ਸਵੀਕਾਰ ਨਹੀਂ ਕਰ ਸਕਦਾ, ਕਿਉਂਕਿ ਮਜਬੂਰੀ ਵਿੱਚ ਬਣੇ ਰਿਸ਼ਤੇ ਕਦੇ ਵੀ ਕਾਮਯਾਬ ਨਹੀਂ ਹੁੰਦੇ।
ਮੈਨੂੰ ਇਸ ਸਭ ਤੋਂ ਬਚਣ ਲਈ ਕੁਝ ਸਮਾਂ ਚਾਹੀਦਾ ਸੀ। ਜਦੋਂ ਮੈਂ ਆਪਣੇ ਪੇਕੇ ਘਰ ਜਾਂਦੀ ਤਾਂ ਮੇਰੀ ਮਾਂ ਮੈਨੂੰ ਸਮਝਾਉਣ ਲੱਗਦੀ। ਪਾਪਾ ਵੀ ਮੈਨੂੰ ਬਹੁਤ ਪਿਆਰ ਕਰਨ ਲੱਗ ਪਏ ਸਨ ਕਿਉਂਕਿ ਮੈਂ ਪਾਪਾ ਦੀ ਇੱਜ਼ਤ ਬਚਾਈ ਸੀ। ਪਾਪਾ ਨੇ ਮੈਨੂੰ ਦੱਸਿਆ ਕਿ ਜਿਹੜੀਆਂ ਕੁੜੀਆਂ ਆਪਣੇ ਪਤੀ ਦਾ ਦਿਲ ਜਿੱਤਣਾ ਚਾਹੁੰਦੀਆਂ ਹਨ ਉਹ ਕਦੇ ਹਾਰ ਨਹੀਂ ਮੰਨਦੀਆਂ। ਤੁਸੀਂ ਵੀ ਆਪਣੇ ਪਤੀ ਦੇ ਦਿਲ ਵਿੱਚ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕਰੋ। ਜਦੋਂ ਤੁਸੀਂ ਉਸ ਦਾ ਦਿਲ ਜਿੱਤ ਲਿਆ ਤਾਂ ਉਹ ਆਪਣਾ ਅਤੀਤ ਭੁੱਲ ਜਾਵੇਗਾ। ਮੈਨੂੰ ਪਤਾ ਹੈ ਮੈਂ ਤੁਹਾਡੇ ਨਾਲ ਠੀਕ ਨਹੀਂ ਕੀਤਾ। ਵਿਨੋਦ ਮੇਰੇ ਦੋਸਤ ਦਾ ਬੇਟਾ ਹੈ ਅਤੇ ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਉਹ ਬਹੁਤ ਹੀ ਨੇਕ ਮੁੰਡਾ ਹੈ। ਫਿਲਹਾਲ ਉਹ ਸਦਮੇ 'ਚ ਹੈ। ਉਸ ਦੇ ਦਿਲ ਨੂੰ ਸੱਟ ਲੱਗੀ ਹੈ। ਤੁਸੀਂ ਦੇਖੋਗੇ ਕਿ ਇੱਕ ਸਮਾਂ ਆਵੇਗਾ ਜਦੋਂ ਤੁਸੀਂ ਮੈਨੂੰ ਖੁਦ ਕਹੋਗੇ ਕਿ ਪਾਪਾ ਤੁਸੀਂ ਮੇਰੇ ਲਈ ਇੱਕ ਚੰਗਾ ਫੈਸਲਾ ਲਿਆ ਸੀ। ਮੈਂ ਪਾਪਾ ਨੂੰ ਜੱਫੀ ਪਾਈ ਤੇ ਰੋਣ ਲੱਗ ਪਈ। ਮੈਂ ਕੋਸ਼ਿਸ਼ ਕਰਦੀ ਰਹਿੰਦੀ ਸੀ ਕਿ ਮੈਂ ਆਪਣੇ ਪਤੀ ਅਤੇ ਸੱਸ ਦਾ ਦਿਲ ਜਿੱਤ ਲਵਾਂ। ਮੇਰਾ ਸਹੁਰਾ ਬਹੁਤ ਚੰਗਾ ਸੀ ਅਤੇ ਮੈਨੂੰ ਬਹੁਤ ਪਿਆਰ ਕਰਦਾ ਸੀ, ਪਰ ਮੇਰੀ ਸੱਸ ਅਤੇ ਮੇਰੀ ਨਣਦ ਮੈਨੂੰ ਪਸੰਦ ਨਹੀਂ ਕਰਦੀ ਸੀ। ਅਜਿਹਾ ਨਹੀਂ ਸੀ ਕਿ ਮੈਂ ਆਪਣੀ ਭੈਣ ਨਾਲੋਂ ਸੋਹਣੀ ਨਹੀਂ ਸੀ। ਇਹ ਸਿਰਫ ਉਹਨਾਂ ਲੋਕਾਂ ਦਾ ਗੁੱਸਾ ਸੀ ਜੋ ਮੇਰੀ ਭੈਣ ਨੇ ਉਹਨਾਂ ਲੋਕਾਂ ਨਾਲ ਕੀਤਾ ਸੀ। ਹੁਣ ਉਹ ਆਪਣਾ ਗੁੱਸਾ ਮੇਰੇ ਤੇ ਕੱਢਦੇ ਸੀ। ਹੁਣ ਮੇਰੇ ਪਤੀ ਨੂੰ ਨੌਕਰੀ ਮਿਲ ਗਈ ਸੀ ਅਤੇ ਕੰਪਨੀ ਤੋਂ ਘਰ ਅਤੇ ਕਾਰ ਮਿਲ ਗਈ ਸੀ ਤਾਂ ਮੇਰੇ ਸਹੁਰੇ ਨੇ ਕਿਹਾ ਕਿ ਮੀਨਾ ਦੇ ਕਦਮ ਸਾਡੇ ਘਰ ਲਈ ਬਹੁਤ ਸ਼ੁਭ ਹਨ। ਪਰ ਸਾਰਿਆਂ ਨੇ ਇਸ ਗੱਲ ਨੂੰ ਹਵਾ ਵਿੱਚ ਉਡਾ ਦਿੱਤਾ ਸੀ। ਪਰ ਮੈਨੂੰ ਇਸ ਦਾ ਪਛਤਾਵਾ ਨਹੀਂ ਹੋਇਆ। ਹਰ ਵਿਅਕਤੀ ਨੂੰ ਉਸ ਦੀ ਕਿਸਮਤ ਅਨੁਸਾਰ ਮਿਲਦਾ ਹੈ। ਸਮਾਂ ਇਸ ਤਰ੍ਹਾਂ ਬੀਤ ਰਿਹਾ ਸੀ। ਮੈਂ ਆਪਣੇ ਪਤੀ ਦੇ ਹਿਰਦੇ ਵਿੱਚ ਆਪਣੇ ਲਈ ਥਾਂ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦੀ ਸੀ, ਪਰ ਜਦੋਂ ਵੀ ਮੈਂ ਉਸ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦੀ ਸੀ ਤਾਂ ਉਹ ਮੇਰੇ ਤੋਂ ਦੂਰ ਹੋ ਜਾਂਦਾ ਸੀ। ਮੈਨੂੰ ਕਹਿੰਦਾ ਸੀ ਕਿ ਤੁਸੀਂ ਕੁਝ ਵੀ ਕਰ ਲਓ ਪਰ ਮੇਰੇ ਦਿਲ ਵਿੱਚ ਕਦੇ ਵੀ ਜਗ੍ਹਾ ਨਹੀਂ ਬਣਾ ਸਕਦੇ। ਉਸਨੇ ਮੈਨੂੰ ਦੱਸਿਆ ਕਿ ਉਹ ਮੌਕਾ ਦੇਖ ਰਿਹਾ ਹੈ। ਮੌਕਾ ਮਿਲਦਿਆਂ ਹੀ ਉਹ ਮੇਰੇ ਪਾਪਾ ਨਾਲ ਗੱਲ ਕਰਕੇ ਮੈਨੂੰ ਛੱਡ ਦੇਵੇਗਾ। ਕੁਝ ਦਿਨਾਂ ਬਾਅਦ ਮੈਨੂੰ ਮੇਰੀ ਮਾਂ ਦਾ ਫੋਨ ਆਇਆ ਅਤੇ ਖਬਰ ਮਿਲੀ ਕਿ ਪਾਪਾ ਅਕਾਲ ਚਲਾਣਾ ਕਰ ਗਏ ਹਨ। ਮੈਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਆਇਆ। ਮੇਰੇ ਸਹੁਰੇ ਨੇ ਮੈਨੂੰ ਕਿਹਾ ਕਿ ਬੇਟੀ ਆਪਣਾ ਖਿਆਲ ਰੱਖ, ਹੁਣ ਤੂੰ ਆਪਣੀ ਮਾਂ ਦਾ ਵੀ ਖਿਆਲ ਰੱਖਣਾ ਹੈ। ਜਦੋਂ ਮੈਂ ਆਪਣੇ ਘਰ ਆਈ ਮੇਰੇ ਪਾਪਾ ਦੀ ਲਾਸ਼ ਪਈ ਸੀ ਤੇ ਲੋਕ ਕੰਨਾਂ ਵਿੱਚ ਬੋਲ ਰਹੇ ਸਨ ਕਿ ਜਵਾਨ ਧੀ ਘਰੋਂ ਭੱਜ ਗਈ ਹੈ। ਵਿਚਾਰਾ ਕਿੰਨਾ ਕੁ ਚਿਰ ਬੇਇੱਜ਼ਤੀ ਬਰਦਾਸ਼ਤ ਕਰ ਸਕਦਾ ਸੀ। ਮਾਂ ਦੀ ਹਾਲਤ ਵੀ ਬਹੁਤ ਖਰਾਬ ਸੀ। ਹੁਣ ਮਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ। ਇਸ ਲਈ ਮੇਰੇ ਸਹੁਰੇ ਨੇ ਕਿਹਾ ਕਿ ਮੈਂ ਉਹਨਾਂ ਨੂੰ ਆਪਣੇ ਨਾਲ ਆਪਣੇ ਘਰ ਲੈ ਜਾਵਾਂ ਤਾਂ ਜੋ ਮੈਂ ਉਹਨਾਂ ਦੀ ਦੇਖਭਾਲ ਕਰ ਸਕਾਂ। ਮੇਰੀ ਮਾਂ ਮੇਰੇ ਨਾਲ ਮੇਰੇ ਸਹੁਰੇ ਘਰ ਨਹੀਂ ਰਹਿਣਾ ਚਾਹੁੰਦੀ ਸੀ, ਪਰ ਮਾਂ ਦੀ ਅਜਿਹੀ ਹਾਲਤ ਨਹੀਂ ਸੀ ਕਿ ਉਹ ਘਰ ਵਿੱਚ ਇਕੱਲੀ ਰਹਿ ਸਕੇ। ਮੇਰੇ ਵਿਆਹ ਨੂੰ 5 ਮਹੀਨੇ ਹੋ ਗਏ ਸਨ। ਮੈਨੂੰ ਮੇਰੇ ਨੰਬਰ ਤੇ ਕਿਸੇ ਅਣਜਾਣ ਵਿਅਕਤੀ ਦੀ ਕਾਲ ਆਈ ਅਤੇ ਕੁਝ ਫੋਟੋ ਜੋ ਕਿਸੇ ਲੜਕੇ ਨਾਲ ਐਡਿਟ ਕੀਤੀ ਗਈ ਸੀ। ਮੈਂ ਇਹ ਦੇਖ ਕੇ ਬਹੁਤ ਹੈਰਾਨ ਹੋਈ ਕਿ ਮੇਰੀ ਇਹ ਫੋਟੋ ਉਸ ਮੁੰਡੇ ਨੂੰ ਕਿਵੇਂ ਗਈ। ਹੁਣ ਉਹ ਮੈਨੂੰ ਫੋਨ ਤੇ ਬਲੈਕਮੇਲ ਕਰ ਰਿਹਾ ਸੀ ਕਿ ਉਹ ਮੈਨੂੰ ਕੁਝ ਦਿਨਾਂ ਬਾਅਦ ਪਤਾ ਲਗਾ ਕੇ ਇਹ ਉਹੀ ਮੁੰਡਾ ਸੀ ਜਿਸ ਨਾਲ ਮੇਰੀ ਮੰਗਣੀ ਹੋਈ ਸੀ। ਮੈਂ ਰੱਬ ਦਾ ਸ਼ੁਕਰਾਨਾ ਕਰ ਰਹੀ ਸੀ, ਉਸ ਨੇ ਮੈਨੂੰ ਅਜੇ ਧੋਖੇਬਾਜ਼ ਮੁੰਡੇ ਤੋਂ ਬਚਾਇਆ। ਪਰ ਮੈਨੂੰ ਡਰ ਸੀ ਕਿ ਸ਼ਾਇਦ ਮੇਰੇ ਪਤੀ ਨੂੰ ਇਸ ਸਭ ਬਾਰੇ ਪਤਾ ਨਾ ਲੱਗ ਜਾਵੇ, ਇਸ ਲਈ ਮੈਂ ਆਪਣਾ ਫੋਨ ਬੰਦ ਰੱਖਦੀ ਸੀ। ਹੁਣ ਉਹ ਮੇਰੇ ਪਤੀ ਦੇ ਨੰਬਰ ਤੇ ਕਾਲ ਕਰਨ ਲੱਗਾ। ਮੇਰੇ ਪਤੀ ਦਾ ਵਿਵਹਾਰ ਵੀ ਮੇਰੇ ਨਾਲ ਚੰਗਾ ਹੋ ਗਿਆ ਸੀ, ਪਰ ਮੈਂ ਹਮੇਸ਼ਾ ਇਸ ਡਰ ਵਿੱਚ ਰਹਿੰਦੀ ਸੀ ਕਿ ਕਿਤੇ ਉਹ ਮੁੰਡਾ ਮੇਰੇ ਪਤੀ ਨੂੰ ਇਹ ਫੋਟੋ ਨਾ ਭੇਜ ਦੇਵੇ ਅਤੇ ਮੇਰਾ ਪਤੀ ਮੈਨੂੰ ਛੱਡ ਕੇ ਚਲਾ ਜਾਵੇ। ਇੱਕ ਦਿਨ ਮੇਰੇ ਪਤੀ ਨੂੰ ਕਿਸੇ ਦਾ ਫੋਨ ਆਇਆ ਅਤੇ ਉਹ ਉੱਥੇ ਸਿਰ ਫੜ ਕੇ ਬੈਠ ਗਿਆ। ਮੈਂ ਉਸ ਨੂੰ ਪੁੱਛਿਆ ਕੀ ਹੋਇਆ ਤਾਂ ਉਹ ਕਹਿਣ ਲੱਗਾ ਕਿ ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦਾ ਸੀ, ਪਰ ਤੁਹਾਡੇ ਪਿਤਾ ਦੀ ਮੌਤ ਕਾਰਨ ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਸਕਿਆ। ਮੈਂ ਕਿਹਾ ਦੱਸੋ ਕੀ ਗੱਲ ਹੈ। ਉਸ ਨੇ ਮੈਨੂੰ ਕਿਹਾ ਕਿ ਜਿਹਦੇ ਨਾਲ ਤੇਰੀ ਮੰਗਣੀ ਹੋਈ ਸੀ ਉਹ ਉਹੀ ਆਦਮੀ ਸੀ ਜਿਸ ਨਾਲ ਤੁਹਾਡੀ ਭੈਣ ਵਿਆਹ ਕਰਨਾ ਚਾਹੁੰਦੀ ਸੀ ਅਤੇ ਉਸ ਨਾਲ ਘਰੋਂ ਭੱਜ ਗਈ ਸੀ, ਪਰ ਉਹ ਮੁੰਡਾ ਚੰਗਾ ਨਹੀਂ ਹੈ। ਜਦੋਂ ਤੇਰੀ ਭੈਣ ਦੇ ਵਿਆਹ ਦੀ ਤਰੀਕ ਤੈਅ ਹੋਈ ਤਾਂ ਉਸ ਨੇ ਤੇਰੇ ਲਈ ਰਿਸ਼ਤਾ ਭੇਜਿਆ ਸੀ ਕਿਉਂਕਿ ਉਸ ਕੋਲ ਤੁਹਾਡੀਆਂ ਬਹੁਤ ਸਾਰੀਆਂ ਫੋਟੋਆਂ ਸਨ ਅਤੇ ਤੁਹਾਡੀ ਭੈਣ ਨੇ ਉਸ ਨੂੰ ਦਿੱਤੀਆਂ ਸੀ। ਤੁਹਾਡੇ ਨਾਮ ਤੋਂ ਹੀ ਉਸ ਨੇ ਲੜਕੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ, ਪਰ ਕੁਝ ਦਿਨਾਂ ਬਾਅਦ ਉਸ ਲੜਕੇ ਨੇ ਸਭ ਕੁਝ ਦੱਸ ਦਿੱਤਾ ਸੀ। ਫਿਰ ਉਸ ਲੜਕੇ ਨੇ ਕਿਹਾ ਕਿ ਮੈਨੂੰ ਪਰਵਾਹ ਨਹੀਂ ਹੈ ਕਿ ਤੁਸੀਂ ਕੌਣ ਹੋ, ਮੈਂ ਸਿਰਫ ਤੁਹਾਨੂੰ ਪਿਆਰ ਕਰਦਾ ਹਾਂ
ਅਤੇ ਉਸਨੇ ਇਹ ਸਭ ਤੁਹਾਡੇ ਪਿਤਾ ਦੀ ਜਾਇਦਾਦ ਲਈ ਕੀਤਾ ਸੀ। ਉਸ ਨੂੰ ਪਹਿਲਾਂ ਹੀ ਸਭ ਕੁਝ ਪਤਾ ਲੱਗ ਗਿਆ ਸੀ ਕਿ ਤੁਹਾਡੇ ਪਿਤਾ ਕੋਲ ਕਿੰਨੀ ਜ਼ਮੀਨ ਜਾਇਦਾਦ ਹੈ, ਪਰ ਤੁਹਾਡੀ ਭੈਣ ਇਹ ਸੋਚਦੀ ਰਹੀ ਕਿ ਉਹ ਉਸ ਨੂੰ ਸੱਚਾ ਪਿਆਰ ਕਰਦਾ ਹੈ, ਇਸ ਲਈ ਉਹ ਲੜਕੇ ਦੇ ਕਹੇ ਅਨੁਸਾਰ ਹੀ ਕਰਦੀ ਸੀ ਅਤੇ ਉਸ ਦੇ ਕਹਿਣ ਤੇ ਉਹ ਵਿਆਹ ਵਾਲੇ ਦਿਨ ਘਰੋਂ ਭੱਜ ਗਈ ਸੀ। ਜਦੋਂ ਉਸਨੇ ਤੇਰੀ ਭੈਣ ਨਾਲ ਜ਼ਮੀਨ ਜਾਇਦਾਦ ਬਾਰੇ ਗੱਲ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਸਭ ਕੁਝ ਮੀਨਾ ਦੇ ਨਾਮ ਤੇ ਹੈ, ਕਿਉਂਕਿ ਤੁਹਾਡੇ ਪਾਪਾ ਨੇ ਪਹਿਲਾਂ ਹੀ ਸਭ ਕੁਝ ਤੁਹਾਡੇ ਨਾਮ ਕਰ ਦਿੱਤਾ ਸੀ। ਉਸ ਕੋਲ ਇੱਕ ਯੋਜਨਾ ਸੀ। ਉਸ ਨੇ ਦੋਵਾਂ ਭੈਣਾਂ ਨੂੰ ਤਬਾਹ ਕਰਨ ਬਾਰੇ ਸੋਚਿਆ ਸੀ। ਮੈਂ ਇੱਕ ਨਾਲ ਵਿਆਹ ਕਰਾਂਗਾ ਤੇ ਦੂਜੇ ਨੂੰ ਆਪਣੀਆਂ ਮਿੱਠੀਆਂ ਗੱਲਾਂ ਵਿੱਚ ਫਸਾ ਕੇ ਰੱਖਾਂਗਾ। ਇਸ ਤਰ੍ਹਾਂ ਉਹ ਤੁਹਾਡੇ ਪਾਪਾ ਦੀ ਕਰੋੜਾਂ ਦੀ ਜਾਇਦਾਦ ਹਾਸਲ ਕਰ ਲਵੇਗਾ। ਪਰ ਜਦੋਂ ਉਸ ਦੀ ਸਾਰੀ ਯੋਜਨਾ ਅਸਫਲ ਹੋ ਗਈ ਤਾਂ ਉਸ ਲੜਕੇ ਨੇ ਤੁਹਾਡੀ ਫੋਟੋ ਨਾਲ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਘਰ ਵਿੱਚ ਤੁਹਾਡੀ ਫੋਟੋ ਐਡਿਟ ਕਰਕੇ ਸਭ ਨੂੰ ਦਿਖਾ ਦਿੱਤੀਆਂ। ਮੈਂ ਸੋਚਿਆ ਕਿ ਸ਼ਾਇਦ ਤੁਸੀਂ ਵੀ ਆਪਣੀ ਭੈਣ ਵਾਂਗ ਧੋਖੇਬਾਜ਼ ਹੋ, ਪਰ ਜਦੋਂ ਉਹ ਤੁਹਾਡੇ ਨੰਬਰ ਤੇ ਕਾਲ ਕਰਦਾ ਸੀ ਤਾਂ ਤੁਸੀਂ ਘਬਰਾ ਕੇ ਫੋਨ ਬੰਦ ਕਰ ਦਿੰਦੇ ਸੀ ਅਤੇ ਫੋਨ ਸਵਿਚ ਆਫ ਕਰ ਦਿੰਦੇ ਸੀ। ਮੈਂ ਇਹ ਸਭ ਕੁਝ ਨੋਟ ਕਰ ਰਿਹਾ ਸੀ। ਫਿਰ ਇੱਕ ਦਿਨ ਮੈਂ ਤੁਹਾਡੇ ਮੋਬਾਈਲ ਤੋਂ ਉਹ ਨੰਬਰ ਲਿਆ ਅਤੇ ਆਪਣੇ ਦੋਸਤ ਨੂੰ ਉਸ ਨੰਬਰ ਦੀ ਜਾਣਕਾਰੀ ਦਿੱਤੀ। ਫਿਰ ਮੈਂ ਉਸ ਕੋਲ ਪਹੁੰਚ ਗਿਆ। ਜਦੋਂ ਤੁਹਾਡੇ ਪਿਤਾ ਦੀ ਮੌਤ ਹੋਈ ਸੀ ਤਾਂ ਉਸ ਤੋਂ ਅਗਲੇ ਦਿਨ ਦੀ ਗੱਲ ਹੈ। ਮੈਨੂੰ ਤੇਰੀ ਭੈਣ ਦਾ ਫੋਨ ਆਇਆ ਤੇ ਉਹ ਆਪਣੇ ਕੀਤੇ ਲਈ ਮੇਰੇ ਤੋਂ ਮਾਫੀ ਮੰਗ ਰਹੀ ਸੀ। ਉਸਨੇ ਮੈਨੂੰ ਦੱਸਿਆ ਕਿ ਲੜਕੇ ਨੇ ਉਸ ਨੂੰ ਧੋਖਾ ਦਿੱਤਾ ਹੈ। ਉਹ ਕਹਿੰਦਾ ਆਪਣੇ ਪਿਤਾ ਤੋਂ ਪੈਸੇ ਲੈ ਕੇ ਆ, ਪਰ ਸਭ ਕੁਝ ਮੀਨਾ ਦੇ ਨਾਂ ਤੇ ਹੈ। ਮੈਂ ਕਿੱਥੋਂ ਲਿਆ ਕੇ ਦੇਵਾਂ? ਉਸ ਮੁੰਡੇ ਨੇ ਮੈਨੂੰ ਘਰੋਂ ਕੱਢ ਦਿੱਤਾ ਤੇ ਮੇਰੇ ਨਾਲ ਵਿਆਹ ਵੀ ਨਹੀਂ ਕਰਵਾਇਆ, ਕਿਉਂਕਿ ਤੇਰੀ ਭੈਣ ਘਰ ਆਉਣਾ ਚਾਹੁੰਦੀ ਹੈ ਤੇ ਹੁਣ ਉਹ ਲੜਕਾ ਜੇਲ੍ਹ ਵਿੱਚ ਹੈ। ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਉਸ ਦੇ ਬੱਚੇ ਵੀ ਹਨ। ਉਸ ਦੀ ਪਤਨੀ ਨੇ ਉਸ ਖਿਲਾਫ ਕੇਸ ਦਰਜ ਕਰਵਾਇਆ ਹੈ। ਉਸ ਦੀ ਪਤਨੀ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਹੈ। ਮੈਂ ਆਪਣੇ ਪਤੀ ਨੂੰ ਕਿਹਾ ਕਿ ਤੁਸੀਂ ਮੈਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਕਿ ਉਹ ਮੁੰਡਾ ਮੇਰੇ ਬਾਰੇ ਸੱਚ ਬੋਲ ਰਿਹਾ ਹੈ ਜਾਂ ਝੂਠ। ਮੇਰੇ ਪਤੀ ਨੇ ਬੋਲਿਆ, ਤੁਹਾਡੇ ਪਿਤਾ ਨੇ ਮੈਨੂੰ ਇੱਕ ਵਾਰ ਕਿਹਾ ਸੀ ਕਿ ਮੇਰੀ ਬੇਟੀ ਤੇ ਕਦੇ ਸ਼ੱਕ ਨਾ ਕਰਨਾ, ਇਸ ਲਈ ਨਹੀਂ ਕਿ ਉਹ ਮੇਰੀ ਧੀ ਹੈ, ਸਗੋਂ ਇਸ ਕਰਕੇ ਉਸ ਨੇ ਆਪਣੇ ਪਿਤਾ ਦੀ ਇੱਜ਼ਤ ਬਚਾਈ ਹੈ ਅਤੇ ਹੁਣ ਉਹ ਤੁਹਾਡੇ ਘਰ ਦੀ ਇੱਜ਼ਤ ਹੈ। ਆਪਣੇ ਅਤੀਤ ਨੂੰ ਭੁੱਲ ਜਾਓ ਅਤੇ ਮੀਨਾ ਨੂੰ ਅਪਣਾਓ, ਕਿਉਂਕਿ ਜੋ ਧੀਆਂ ਆਪਣੇ ਪਿਤਾ ਦੀ ਇੱਜ਼ਤ ਲਈ ਸਿਰ ਝੁਕਾ ਦਿੰਦੀਆਂ ਹਨ ਉਹ ਬਹੁਤ ਖੁੱਲ੍ਹੀਆਂ ਅਤੇ ਪਿਆਰ ਕਰਨ ਵਾਲੀਆਂ ਹੁੰਦੀਆਂ ਹਨ। ਉਹ ਕਦੇ ਵੀ ਤੁਹਾਡਾ ਭਰੋਸਾ ਨਹੀਂ ਤੋੜੇਗੀ। ਮੇਰੇ ਪਤੀ ਨੇ ਮੇਰੇ ਤੋਂ ਮਾਫੀ ਮੰਗਣੀ ਸ਼ੁਰੂ ਕਰ ਦਿੱਤੀ ਅਤੇ ਮੈਂ ਸੋਚ ਰਹੀ ਸੀ ਕਿ ਮੇਰੇ ਪਾਪਾ ਨੇ ਮੈਨੂੰ ਠੀਕ ਹੀ ਕਿਹਾ ਸੀ ਕਿ ਵਿਨੋਦ ਬਹੁਤ ਚੰਗਾ ਹੈ ਅਤੇ ਮੈਂ ਉਸ ਦੇ ਨਾਲ ਬਹੁਤ ਖੁਸ਼ ਹਾਂ। ਉਸ ਨੇ ਮੇਰੇ ਪੁੱਛੇ ਬਿਨਾਂ ਸਭ ਕੁਝ ਸੰਭਾਲ ਲਿਆ ਸੀ, ਨਹੀਂ ਤਾਂ ਪਤਾ ਨਹੀਂ ਕੀ ਹੋਣਾ ਸੀ। ਮੇਰੀ ਭੈਣ ਇੱਕ ਦਿਨ ਘਰ ਆਈ ਅਤੇ ਸਾਰਿਆਂ ਤੋਂ ਮਾਫੀ ਮੰਗਣ ਲੱਗੀ, ਪਰ ਕਿਸੇ ਨੇ ਉਸ ਨੂੰ ਮਾਫ ਨਹੀਂ ਕੀਤਾ। ਹੁਣ ਉਹ ਘਰ ਘਰ ਠੋਕਰ ਖਾ ਰਹੀ ਸੀ। ਮੇਰੇ ਵਿਆਹ ਨੂੰ ਵੀ 3 ਸਾਲ ਹੋ ਚੁੱਕੇ ਸਨ ਅਤੇ ਮੈਂ ਗਰਭਵਤੀ ਸੀ। ਹੁਣ ਮੇਰੀ ਸੱਸ ਦਾ ਸੁਭਾਅ ਵੀ ਮੇਰੇ ਨਾਲ ਚੰਗਾ ਸੀ। ਉਹ ਮੇਰਾ ਬਹੁਤ ਖਿਆਲ ਰੱਖਦੀ ਸੀ। ਮੈਂ ਵੀ ਸਭ ਕੁਝ ਭੁੱਲ ਕੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਸੀ। ਕੁਝ ਦਿਨਾਂ ਬਾਅਦ ਮੇਰੇ ਘਰ ਇੱਕ ਪਿਆਰੀ ਧੀ ਨੇ ਜਨਮ ਲਿਆ। ਮੇਰਾ ਪਤੀ ਬਹੁਤ ਖੁਸ਼ ਸੀ। ਸਮਾਂ ਇਸ ਤਰ੍ਹਾਂ ਬੀਤਦਾ ਗਿਆ ਅਤੇ ਮੇਰੇ ਬੱਚੇ ਸਕੂਲ ਤੋਂ ਕਾਲਜ ਜਾਣ ਲੱਗੇ। ਮੇਰੇ 4 ਬੱਚੇ ਸਨ। ਸਭ ਤੋਂ ਵੱਡੀ ਮੇਰੀ ਧੀ ਸੀ। ਜਦੋਂ ਉਸ ਦਾ ਜਨਮ ਹੋਇਆ ਤਾਂ ਮੈਂ ਅਤੇ ਮੇਰਾ ਪਰਿਵਾਰ ਬਹੁਤ ਖੁਸ਼ ਸੀ, ਪਰ ਹੁਣ ਜਿਵੇਂ ਜਿਵੇਂ ਉਹ ਵੱਡੀ ਹੋ ਰਹੀ ਸੀ ਉਹ ਬਹੁਤ ਚਿੜਚਿੜੀ ਹੋ ਰਹੀ ਸੀ ਅਤੇ ਆਪਣੇ ਭਰਾਵਾਂ ਨਾਲ ਵੀ ਲੜਦੀ ਰਹਿੰਦੀ ਸੀ ਤੇ ਸਾਡੇ ਨਾਲ ਵੀ ਚੰਗੀ ਤਰ੍ਹਾਂ ਗੱਲ ਨਹੀਂ ਕਰਦੀ ਸੀ। ਪਤਾ ਨਹੀਂ ਕਿਉਂ ਉਹ ਮੇਰੇ ਤੋਂ ਦੂਰ ਜਾ ਰਹੀ ਸੀ। ਜਦੋਂ ਮੈਂ ਉਸ ਨੂੰ ਇਸ ਬਾਰੇ ਪੁੱਛਦੀ ਤਾਂ ਉਹ ਕਹਿੰਦੀ, ਮੰਮਾ ਤੁਸੀਂ ਮੇਰੇ ਪਿੱਛੇ ਪਏ ਰਹਿੰਦੇ ਹੋ। ਉਹ ਆਪਣੇ ਕਮਰੇ ਵਿੱਚ ਇਕੱਲੀ ਰਹਿੰਦੀ ਸੀ, ਕਿਸੇ ਨਾਲ ਗੱਲ ਵੀ ਨਹੀਂ ਕਰਦੀ ਸੀ। ਜਦੋਂ ਇੱਕ ਦਿਨ ਮੇਰੀ ਧੀ ਦਾ ਰਿਸ਼ਤਾ ਆਇਆ ਤਾਂ ਅਸੀਂ ਇਨਕਾਰ ਕਰ ਦਿੱਤਾ, ਕਿਉਂਕਿ ਉਹ ਪੜ੍ਹਦੀ ਸੀ ਅਤੇ ਸਾਡਾ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਸੀ। ਪਰ ਪਤਾ ਨਹੀਂ ਉਹ ਲੋਕ ਕਿਵੇਂ ਦੇ ਸਨ। ਸਾਡੇ ਮਨਾ ਕਰਨ ਤੋਂ ਬਾਅਦ ਵੀ ਉਹ ਬਾਰ-ਬਾਰ ਰਿਸ਼ਤਾ ਲੈ ਕੇ ਸਾਡੇ ਘਰ ਆਉਣ ਲੱਗੇ। ਜਦੋਂ ਅਸੀਂ ਉਹਨਾਂ ਦੀ ਗੱਲ ਨਾ ਸੁਣੀ ਤਾਂ ਉਹਨਾਂ ਨੇ ਧਮਕੀਆਂ ਦਿੱਤੀਆਂ। ਜਦੋਂ ਮੇਰੇ ਪਤੀ ਨੇ ਉਹਨਾਂ ਲੋਕਾਂ ਦੀ ਜਾਂਚ ਕੀਤੀ
ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਅੱਜ ਇੰਨੇ ਸਾਲਾਂ ਬਾਅਦ ਮੇਰਾ ਅਤੀਤ ਮੇਰੇ ਸਾਹਮਣੇ ਆਇਆ। ਜਦੋਂ ਵੀ ਮੇਰੀ 20 ਸਾਲਾਂ ਦੀ ਧੀ ਕਾਲਜ ਤੋਂ ਘਰ ਵਾਪਸ ਆਉਂਦੀ ਤਾਂ ਉਹ ਆਪਣਾ ਢਿੱਡ ਫੜ ਕੇ ਰੋਂਦੀ ਅਤੇ ਕਹਿੰਦੀ, ਮੇਰੇ ਪੇਟ ਵਿੱਚ ਬਹੁਤ ਦਰਦ ਹੋ ਰਿਹਾ ਹੈ। ਜਦੋਂ ਮੈਂ ਉਸ ਨੂੰ ਕਿਹਾ ਕਿ ਬੇਟਾ ਚਲੋ ਡਾਕਟਰ ਕੋਲ ਚਲੀਏ ਤਾਂ ਉਸਨੇ ਇਨਕਾਰ ਕਰ ਦਿੱਤਾ। ਇਸੇ ਲਈ ਮੈਂ ਸੋਚਿਆ ਕਿ ਮੇਰਾ ਇੱਕ ਦੋਸਤ ਜੋ ਡਾਕਟਰ ਸੀ ਉਸ ਨੂੰ ਘਰ ਬੁਲਾਵਾਂ ਅਤੇ ਉਸ ਦੀ ਜਾਂਚ ਕਰਵਾਵਾਂ। ਜਦੋਂ ਮੇਰੀ ਦੋਸਤ ਨੇ ਉਸ ਨੂੰ ਚੈੱਕ ਕੀਤਾ ਤਾਂ ਉਹ ਆਪਣਾ ਸਿਰ ਫੜ ਕੇ ਬੈਠ ਗਈ ਅਤੇ ਮੇਰੇ ਨਾਲ ਗੱਲਾਂ ਕਰਨ ਲੱਗੀ। ਅੱਜ ਹੀ ਤੁਹਾਡੀ ਧੀ ਦਾ ਵਿਆਹ ਮੇਰੇ 12 ਸਾਲਾਂ ਦੇ ਬੇਟੇ ਨਾਲ ਕਰ ਦਿਓ, ਨਹੀਂ ਤਾਂ ਉਹ ਮਰ ਜਾਵੇਗੀ। ਮੈਂ ਬਹੁਤ ਡਰੀ ਹੋਈ ਸੀ। ਮੈਂ ਆਪਣੀ ਧੀ ਨੂੰ ਗਵਾਉਣਾ ਨਹੀਂ ਚਾਹੁੰਦੀ ਸੀ, ਇਸ ਲਈ ਮੈਂ ਉਸੇ ਦਿਨ ਉਸ ਦਾ ਵਿਆਹ ਕਰਵਾ ਦਿੱਤਾ। ਮੈਨੂੰ ਬਹੁਤ ਹੈਰਾਨੀ ਹੋਈ ਕਿ ਵਿਆਹ ਤੋਂ ਬਾਅਦ ਉਸ ਦੀ ਹਾਲਤ ਠੀਕ ਹੋਣ ਲੱਗੀ। ਮੈਂ ਜਾਣਨਾ ਚਾਹੁੰਦੀ ਸੀ ਕਿ ਆਖਰ ਰਾਜ ਕੀ ਹੈ। ਇਸੇ ਲਈ ਮੈਂ ਇੱਕ ਦਿਨ ਚੋਰੀ ਛਿਪੇ ਆਪਣੀ ਧੀ ਦੇ ਕਮਰੇ ਵਿੱਚ ਲੁੱਕ ਕੇ ਦੇਖਿਆ ਤਾਂ ਇਹ ਕੋਈ 12 ਸਾਲ ਦਾ ਲੜਕਾ ਨਹੀਂ ਬਲਕਿ ਉਹੀ ਲੜਕਾ ਸੀ ਜੋ ਮੇਰੀ ਧੀ ਦਾ ਰਿਸ਼ਤਾ ਲੈ ਕੇ ਆਇਆ ਸੀ ਅਤੇ ਉਹ ਉਸ ਦਾ ਲੜਕਾ ਸੀ ਜਿਸ ਨੇ ਮੇਰੀ ਭੈਣ ਨਾਲ ਧੋਖਾ ਕੀਤਾ ਅਤੇ ਉਸ ਦੇ ਨਾਲ ਮੇਰੀ ਜ਼ਿੰਦਗੀ ਵੀ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ। ਮੇਰੇ ਪਤੀ ਨੇ ਮੈਨੂੰ ਸਮਝਾਇਆ ਸੀ ਕਿ ਆਪਣੇ ਦੋਸਤਾਂ ਦੀਆਂ ਗੱਲਾਂ ਵਿੱਚ ਨਾ ਆਓ। ਸਾਡੀ ਧੀ ਨੂੰ ਕੁਝ ਨਹੀਂ ਹੋਇਆ, ਉਹ ਠੀਕ ਹੋ ਜਾਵੇਗੀ। ਪਰ ਮੈਂ ਉਸ ਦੀ ਗੱਲ ਨਹੀਂ ਸੁਣੀ। ਜਿਸ ਉੱਤੇ ਮੈਂ ਭਰੋਸਾ ਕੀਤਾ ਉਸਨੇ ਹੀ ਮੇਰਾ ਭਰੋਸਾ ਤੋੜਿਆ। ਮੇਰੇ ਦੋਸਤ ਦੇ ਨਾਲ ਨਾਲ ਮੇਰੀ ਬੇਟੀ ਨੇ ਵੀ ਮੇਰੇ ਨਾਲ ਧੋਖਾ ਕੀਤਾ। ਮੈਨੂੰ ਦੇਖਦਿਆਂ ਹੀ ਮੇਰੀ ਧੀ ਦੇ ਚਿਹਰੇ ਦਾ ਰੰਗ ਉੱਡ ਗਿਆ ਤੇ ਉਹ ਕਹਿਣ ਲੱਗੀ, ਮਾਂ ਮੈਂ ਬਿਨੈ ਨਾਲ ਬਹੁਤ ਪਿਆਰ ਕਰਦੀ ਹਾਂ, ਇਸ ਲਈ ਮੈਂ ਇਹ ਸਭ ਨਾਟਕ ਕੀਤਾ। ਤੁਸੀਂ ਮੈਨੂੰ ਮਾਫ ਕਰ ਦਿਓ। ਮੈਂ ਉਸ ਨੂੰ ਕਿਹਾ ਕਿ ਤੂੰ ਬਿਲਕੁਲ ਆਪਣੀ ਮਾਸੀ ਤੇ ਗਈ ਹੈ। ਉਹ ਵੀ ਆਪਣੇ ਮਾਤਾ ਪਿਤਾ ਨੂੰ ਇਸ ਤਰ੍ਹਾਂ ਧੋਖਾ ਦੇ ਕੇ ਭੱਜ ਗਈ ਅਤੇ ਇਸ ਲੜਕੇ ਦਾ ਪਿਤਾ ਤਾਂ ਅਜਿਹਾ ਨਾਗ ਹੈ ਜੋ ਕਦੇ ਡੰਗਣਾ ਨਹੀਂ ਭੁੱਲਦਾ। ਜਦੋਂ ਮੇਰੇ ਪਤੀ ਨੂੰ ਸਭ ਕੁਝ ਪਤਾ ਲੱਗਾ ਤਾਂ ਉਸਨੇ ਸਾਡੀ ਧੀ ਨੂੰ ਘਰੋਂ ਬਾਹਰ ਕੱਢ ਦਿੱਤਾ। ਮੇਰੀ ਧੀ ਨੇ ਮੈਨੂੰ ਕਿਹਾ ਕਿ ਜੇ ਤੈਨੂੰ ਤੇਰਾ ਪਿਆਰ ਨਹੀਂ ਮਿਲਿਆ ਤਾਂ ਤੂੰ ਮੇਰਾ ਪਿਆਰ ਕਿਉਂ ਖੋਣਾ ਚਾਹੁੰਦੀ ਹੈ। ਮਾਸੀ ਸਹੀ ਕਹਿੰਦੀ ਹੈ ਕਿ ਤੁਸੀਂ ਦੂਜਿਆਂ ਦਾ ਹੱਕ ਖੋਹ ਲੈਂਦੇ ਹੋ। ਮੇਰੇ ਪਤੀ ਨੇ ਉਸ ਨੂੰ ਜ਼ੋਰਦਾਰ ਥੱਪੜ ਮਾਰਿਆ ਅਤੇ ਦੋਵਾਂ ਨੂੰ ਘਰੋਂ ਬਾਹਰ ਕੱਢ ਦਿੱਤਾ। ਮੈਂ ਉਸ ਦਿਨ ਬਹੁਤ ਰੋਈ। ਮੇਰੀ ਭੈਣ ਨੇ ਮੇਰਾ ਘਰ ਤਬਾਹ ਕਰ ਦਿੱਤਾ ਸੀ। ਭੈਣ ਚਾਹੁੰਦੀ ਸੀ ਕਿ ਮੈਂ ਆਪਣੇ ਪਤੀ ਨੂੰ ਛੱਡ ਦੇਵਾਂ ਅਤੇ ਉਹ ਉਸ ਨਾਲ ਵਿਆਹ ਕਰ ਲਵੇ ਕਿਉਂਕਿ ਹੁਣ ਵਿਨੋਦ ਦੇ ਹਾਲਾਤ ਬਹੁਤ ਬਦਲ ਚੁੱਕੇ ਸਨ। ਹੁਣ ਵਿਨੋਦ ਕੋਲ ਸਭ ਕੁਝ ਸੀ, ਇੱਕ ਕਾਰ, ਇੱਕ ਬੰਗਲਾ ਅਤੇ ਜਿਸ ਕਾਰਨ ਪਹਿਲਾਂ ਮੇਰੀ ਭੈਣ ਨੇ ਵਿਨੋਦ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਅੱਜ ਵਿਨੋਦ ਕੋਲ ਸਭ ਕੁਝ ਸੀ। ਪਰ ਇਹ ਸਭ ਕਿਸਮਤ ਦੀ ਖੇਡ ਹੈ। ਮੇਰੀ ਮਾਂ ਨੇ ਉਸ ਨੂੰ ਸਮਝਾਇਆ ਤਾਂ ਉਸ ਨੂੰ ਇਹ ਗੱਲ ਸਮਝ ਨਹੀਂ ਆਈ। ਇੱਕ ਦਿਨ ਮੇਰੀ ਭੈਣ ਦਾ ਐਕਸੀਡੈਂਟ ਹੋ ਗਿਆ ਅਤੇ ਉਹ ਆਪਣੇ ਹੱਥਾਂ ਪੈਰਾਂ ਤੋਂ ਬੇਵੱਸ ਹੋ ਗਈ। ਮੇਰਾ ਪਤੀ ਮੈਨੂੰ ਬਹੁਤ ਪਿਆਰ ਕਰਦਾ ਸੀ, ਨਹੀਂ ਤਾਂ ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਕੀ ਹੁੰਦਾ। ਮੈਂ ਆਪਣੀ ਧੀ ਨੂੰ ਵੀ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਇਹ ਮੁੰਡਾ ਤੁਹਾਡੇ ਲਾਇਕ ਨਹੀਂ ਹੈ। ਅਤੇ ਜਦੋਂ ਅਸੀਂ ਉਸ ਦੇ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਤਾਂ ਦੋਵਾਂ ਨੇ ਮਿਲ ਕੇ ਇੱਕ ਯੋਜਨਾ ਬਣਾਈ ਅਤੇ ਪੇਟ ਵਿੱਚ ਦਰਦ ਹੋਣ ਦਾ ਬਹਾਨਾ ਬਣਾ ਕੇ ਮੈਨੂੰ ਮੂਰਖ ਬਣਾਇਆ। ਮੈਂ ਭੁੱਲ ਗਈ ਕਿ ਮਾਪੇ ਆਪਣੇ ਬੱਚਿਆਂ ਲਈ ਕਦੇ ਬੁਰਾ ਨਹੀਂ ਸੋਚਦੇ। ਹੁਣੇ ਹੀ ਮੇਰੀ ਬੇਟੀ ਰੋਂਦੀ ਹੋਈ ਮੇਰੇ ਘਰ ਆਈ ਅਤੇ ਮੇਰੇ ਤੋਂ ਮਾਫੀ ਮੰਗਣ ਲੱਗੀ। ਉਹ ਕਹਿਣ ਲੱਗੀ ਕਿ ਮੈਂ ਭਟਕ ਗਈ ਸੀ ਕਿਉਂਕਿ ਮਾਸੀ ਨੇ ਮੈਨੂੰ ਤੇਰੇ ਵਿਰੁੱਧ ਕਰ ਦਿੱਤਾ ਸੀ। ਪਰ ਮੈਨੂੰ ਸਭ ਕੁਝ ਪਤਾ ਲੱਗ ਗਿਆ ਹੈ ਕਿ ਉਹਨਾਂ ਨੇ ਤੁਹਾਡੇ ਬਾਰੇ ਜੋ ਕੁਝ ਕਿਹਾ ਉਹ ਗਲਤ ਸੀ। ਮੇਰੇ ਪਤੀ ਨੇ ਮੈਨੂੰ ਤਲਾਕ ਦੇ ਦਿੱਤਾ ਅਤੇ ਮੈਨੂੰ ਆਪਣੇ ਘਰੋਂ ਬਾਹਰ ਕੱਢ ਦਿੱਤਾ। ਮੇਰੇ ਪਤੀ ਨੇ ਮੇਰੀ ਬੇਟੀ ਨੂੰ ਮਾਫ ਨਹੀਂ ਕੀਤਾ ਅਤੇ ਕਹਿਣ ਲੱਗੇ ਕਿ ਸਾਡੀ ਕੋਈ ਬੇਟੀ ਨਹੀਂ ਹੈ। ਮੈਂ ਆਪਣੇ ਪਤੀ ਨੂੰ ਕਿਹਾ ਕਿ ਅੱਜ ਤੱਕ ਮੈਂ ਤੁਹਾਡੇ ਕੋਲੋਂ ਕੁਝ ਨਹੀਂ ਮੰਗਿਆ, ਅੱਜ ਮੈਂ ਮੰਗ ਰਹੀ ਹਾਂ। ਸਾਡੀ ਧੀ ਨੇ ਗਲਤੀ ਕੀਤੀ ਸੀ, ਇਸ ਨੂੰ ਮਾਫ ਕਰ ਦਿਓ। ਵਿਆਹ ਤੋਂ ਬਾਅਦ ਹੀ ਉਸਨੇ ਘਰ ਛੱਡ ਦਿੱਤਾ ਸੀ। ਬੱਚਾ ਭਾਵੇਂ ਕਿੰਨੀ ਵੀ ਵੱਡੀ ਗਲਤੀ ਕਰ ਲਵੇ ਪਰ ਮਾਂ-ਬਾਪ ਨੂੰ ਹਮੇਸ਼ਾ ਪਿਆਰ ਹੁੰਦਾ ਹੈ। ਮੇਰੇ ਪਤੀ ਨੇ ਵੀ ਉਸ ਨੂੰ ਮਾਫ ਕਰ ਦਿੱਤਾ ਅਤੇ ਬੱਚਿਆਂ ਨੂੰ ਵੀ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਮਾਤਾ-ਪਿਤਾ ਨੇ ਸਾਨੂੰ ਜਨਮ ਦਿੱਤਾ ਹੈ। ਉਹਨਾਂ ਲਈ ਆਪਣੀਆਂ ਇੱਛਾਵਾਂ ਨੂੰ ਮਾਰੋ। ਉਹਨਾਂ ਤੇ ਸਭ ਤੋਂ ਵੱਧ ਅਧਿਕਾਰ ਉਹਨਾਂ ਦੇ ਮਾਪਿਆਂ ਦਾ ਹੈ। ਜੇਕਰ ਕੋਈ ਬਾਹਰੋਂ ਆ ਕੇ ਕਹਿੰਦਾ ਹੈ ਕਿ ਉਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ ਤਾਂ ਉਹ ਝੂਠ ਬੋਲ ਰਿਹਾ ਹੈ, ਕਿਉਂਕਿ ਅੱਜ ਦੇ ਸਮੇਂ ਵਿੱਚ ਕੋਈ ਵੀ ਕਿਸੇ ਨੂੰ ਪਿਆਰ ਨਹੀਂ ਕਰਦਾ। ਇਸ ਲਈ ਬਹੁਤ ਧਿਆਨ ਨਾਲ ਭਰੋਸਾ ਕਰੋ। ਦੋਸਤੋ, ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।